ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਆਪਾਂ ਓਂਕਾਰ ਬਾਣੀ ਦੀ ਪੌੜੀ ਨੰਬਰ 45 ਅਤੇ 46 ਕਰਾਂਗੇ। ਪੌੜੀ ਨੰਬਰ 44 ਵਿੱਚ ਅਖੀਰ ਤੇ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਸੀ ਕਿ ਗੁਰੂ ਤੋਂ ਬਿਨਾਂ ਗੁਣ ਨਾ ਜਾਪਣੀ। ਉਸ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਅਸੀਂ ਜ਼ਿੰਦਗੀ ਵਿੱਚ ਅਪਣਾ ਨਹੀਂ ਸਕਦੇ, ਪਹਿਚਾਨ ਨਹੀਂ ਸਕਦੇ, ਸਮਝ ਨਹੀਂ ਸਕਦੇ। ਤੇ ਗੁਰੂ ਤੋਂ ਮੁਰਾਦ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਉਸ ਨੂੰ ਵਿਚਾਰ ਕੇ ਸਮਝ ਕੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਉਂਦਾ। ਸੋ ਗੁਰੂ ਸਾਡੀ ਜ਼ਿੰਦਗੀ ਦੇ ਅੰਦਰ ਇੱਕ ਬੜੀ ਅਹਿਮ ਜਗ੍ਹਾ ਰੱਖਦੇ ਨੇ। ਗੁਰਬਾਣੀ ਵਿੱਚ ਤੇ ਇਸ ਤਰ੍ਹਾਂ ਹੀ ਆਖਿਆ ਗਿਆ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸੋ ਗੁਰੂ ਤੋਂ ਬਿਨਾਂ ਨਾ ਤੇ ਸੁਰਤ ਜੁੜਦੀ ਹੈ ਸ਼ਬਦ ਵਿੱਚ, ਗੁਰੂ ਤੋਂ ਬਿਨਾਂ ਨਾ ਹੀ ਅਧਿਆਤਮਿਕ ਖੇਤਰ ਵਿੱਚ ਕਾਮਯਾਬੀ ਮਿਲਦੀ ਹੈ, ਨਾ ਹੀ ਗੁਰੂ ਦੀ ਕਿਰਪਾ ਤੋਂ ਬਿਨਾਂ ਵਿਕਾਰਾਂ ਤੋਂ ਅਸੀਂ ਆਜ਼ਾਦ ਹੁੰਦੇ ਹਾਂ। ਸੋ ਸਾਡੀ ਜ਼ਿੰਦਗੀ ਵਿੱਚ ਗੁਰੂ ਦਾ ਅਹਿਮ ਥਾਂ ਹੈ ਤੇ ਸਾਨੂੰ ਗੁਰੂ ਨਾਲ ਪਿਆਰ ਕਰਨਾ ਚਾਹੀਦਾ ਹੈ, ਗੁਰੂ ਦੀ ਬਾਣੀ ਨਾਲ ਪਿਆਰ ਕਰਨਾ ਚਾਹੀਦਾ ਹੈ। ਪਿਆਰ ਕਰਨ ਤੋਂ ਮੇਰਾ ਮਤਲਬ ਹੈ ਸਮਝ ਕੇ ਜੀਵਨ ਵਿੱਚ ਉਸ ਨੂੰ ਅਪਣਾਉਣਾ ਚਾਹੀਦਾ ਹੈ। ਪੌੜੀ ਨੰਬਰ 45 ਵਿੱਚ ਗੁਰੂ ਜੀ ਸ਼ੁਰੂ ਕਰਦੇ ਨੇ, ਲਸ਼ਕਰੀਆਂ ਘਰ ਸੰਭਲੇ, ਆਏ ਵਜਹੋਂ ਲਿਖਾਏ। ਸੋ ਪਹਿਲਾਂ ਅਸੀਂ ਸ਼ਬਦ ਲਸ਼ਕਰ ਨੂੰ ਸਮਝਦੇ ਹਾਂ, ਫਿਰ ਅਗਲੀ ਗੱਲ ਸਮਝ ਆ ਜਾਏਗੀ ਆਸਾਨੀ ਨਾਲ। ਭਾਈ ਕਾਹਨ ਸਿੰਘ ਜੀ ਲਿਖਦੇ ਨੇ ਕਿ ਫਾਰਸੀ ਦਾ ਸ਼ਬਦ ਹੈ ਤੇ ਇਹਦੇ ਸੱਸੇ ਦੇ ਪੈਰ ਵਿੱਚ ਬਿੰਦੀ ਲੱਗੀ ਹੁੰਦੀ ਹੈ ਜਦੋਂ ਫਾਰਸੀ ਵਿੱਚ ਇਹ ਹੁੰਦਾ ਹੈ। ਤੇ ਇਹਦਾ ਉਚਾਰਨ ਹੁੰਦਾ ਹੈ ਲਸ਼ਕਰ, ਲਸ਼ਕਰ ਸ਼ ਨਾਲ। ਸੋ ਲਸ਼ਕਰ ਦਾ ਮਤਲਬ ਹੁੰਦਾ ਹੈ ਫੌਜ, ਜਾਂ ਫੌਜ ਦੇ ਸਾਰੇ ਸਿਪਾਹੀ ਜਦੋਂ ਸਾਰੇ ਇਕੱਠੇ ਹੁੰਦੇ ਨੇ ਉਸ ਨੂੰ ਫੌਜ ਆਖਦੇ ਹਾਂ, ਇੱਕ ਨੂੰ ਫੌਜੀ ਆਖਦੇ ਹਾਂ। ਅੱਗੇ ਸ਼ਬਦ ਹੈ ਲਸ਼ਕਰੀ। ਲਸ਼ਕਰੀ ਦਾ ਮਤਲਬ ਹੈ ਫੌਜ ਨਾਲ ਸੰਬੰਧਿਤ, ਚਾਹੇ ਉਹ ਫੌਜੀ ਹੋਵੇ, ਚਾਹੇ ਫੌਜ ਦਾ ਕੋਈ ਸਾਜੋ ਸਮਾਨ ਹੋਵੇ, ਚਾਹੇ ਉਹ ਕੋਈ ਗੋਲੀ ਸਿੱਕਾ ਹੋਵੇ। ਜੋ ਵੀ ਚੀਜ਼ਾਂ ਫੌਜ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਲਸ਼ਕਰੀ ਆਖਦੇ ਨੇ। ਇੱਥੇ ਸ਼ਬਦ ਹੈ ਲਸ਼ਕਰੀਆਂ, ਇਹਦਾ ਅਰਥ ਹੈ ਫੌਜੀਆਂ। ਲਸ਼ਕਰੀਆਂ ਘਰ ਸੰਭਲੇ, ਫੌਜੀਆਂ ਨੇ ਆਪਣੇ ਆਪਣੇ ਘਰ, ਆਪਣੇ ਆਪਣੇ ਟਿਕਾਣੇ ਸੰਭਾਲੇ ਹੋਏ ਨੇ। ਆਏ ਵਜਹੋਂ ਲਿਖਾਏ। ਵਜਹੋਂ ਸ਼ਬਦ ਵਜਹ ਤੋਂ ਹੈ, ਅਰਬੀ ਵਿੱਚੋਂ ਆਇਆ ਹੋਇਆ ਤੇ ਇਹਦਾ ਅਰਥ ਹੈ ਤਨਖਾਹ। ਉਹ ਜਿੰਨੇ ਵੀ ਫੌਜੀ ਲੋਕ ਨੇ, ਸਿਪਾਹੀ ਨੇ, ਉਹ ਆਪਣੇ ਆਪਣੇ ਟਿਕਾਣਿਆਂ ਤੇ ਇਕੱਠੇ ਹੋਏ ਨੇ, ਜੁੜ ਖਲੋਤੇ ਨੇ ਜਾਂ ਬੈਠੇ ਨੇ, ਪਰ ਆਪਣੇ ਆਪਣੇ ਟਿਕਾਣੇ ਤੇ ਆਉਣ ਤੋਂ ਪਹਿਲਾਂ ਉਹਨਾਂ ਦੀ ਤਨਖਾਹ ਨਿਯਤ ਕਰ ਦਿੱਤੀ ਜਾਂਦੀ ਹੈ। ਉਹ ਆਪਣੀ ਆਪਣੀ ਤਨਖਾਹ ਦੇ ਮਾਲਕ ਬਣ ਕੇ ਉੱਥੇ ਹੁੰਦੇ ਨੇ। ਕਾਰ ਕਮਾਵਹਿ ਸਿਰ ਧਨੀ। ਜਿਹੜੇ ਫੌਜੀ ਲੋਕ ਆਪਣੇ ਮਾਲਕ ਦੀ ਦਿੱਤੀ ਹੋਈ ਕਾਰ ਨੂੰ ਆਪਣੇ ਸਿਰ ਮੱਥੇ ਤੇ ਮੰਨ ਕੇ ਕਮਾਉਂਦੇ ਨੇ, ਲਾਹਾ ਪੱਲੇ ਪਾਏ, ਉਹ ਆਪਣੀ ਤਨਖਾਹ ਦੇ ਨਾਲ ਨਾਲ
ਹੋਰ ਵੀ ਬਹੁਤ ਸਾਰੇ ਇਨਾਮ ਪ੍ਰਾਪਤ ਕਰਦੇ ਨੇ। ਸੋ ਇਹਨਾਂ ਦੋ ਪੰਕਤੀਆਂ ਦੇ ਅੰਦਰ ਗੁਰੂ ਜੀ ਨੇ ਫੌਜ ਦਾ ਅਲੰਕਾਰ ਇੱਥੇ ਸਾਡੇ ਸਾਹਮਣੇ ਰੱਖਿਆ, ਉਸ ਨੂੰ ਪ੍ਰਤੀਕ ਵਜੋਂ ਵਰਤਿਆ। ਹੁਣ ਜੇ ਇਹਦੇ ਅੱਖਰੀ ਅਰਥ ਕਰੀਏ ਤਾਂ ਸਿਰਫ ਇੰਨੇ ਹੀ ਨੇ ਜਿੰਨੇ ਆਪਾਂ ਕਰ ਲਏ ਨੇ ਅੱਖਰੀ ਅਰਥ। ਪਰ ਜਦੋਂ ਅਸੀਂ ਇਹਨਾਂ ਪ੍ਰਤੀਕਾਂ ਨੂੰ, ਇਹਨਾਂ ਉਦਾਹਰਨਾਂ ਨੂੰ, ਇਹਨਾਂ ਮੁਹਾਵਰਿਆਂ ਨੂੰ ਸਮਝਦੇ ਹਾਂ ਤੇ ਫਿਰ ਅਰਥ ਹੋਰ ਗਹਿਰੇ ਹੋ ਜਾਂਦੇ ਨੇ। ਇਹ ਪ੍ਰਤੀਕ ਇਸ ਗੱਲ ਦਾ ਲਿਆ ਗੁਰੂ ਜੀ ਨੇ ਕਿ ਕੋਈ ਵੀ ਮੁਲਕ ਹੋਵੇ, ਮੁਲਕਾਂ ਦੀਆਂ ਆਪਣੀਆਂ ਫੌਜਾਂ ਹੁੰਦੀਆਂ ਨੇ, ਉਹਨਾਂ ਦੇ ਆਪਣੇ ਸਿਪਾਹੀ ਹੁੰਦੇ ਨੇ, ਤੇ ਮੁਲਕ ਫੌਜ ਕਾਹਦੇ ਵਾਸਤੇ ਰੱਖਦਾ ਹੈ? ਹਿਫਾਜ਼ਤ ਲਈ, ਪ੍ਰੋਟੈਕਸ਼ਨ ਲਈ, ਕਿ ਸਾਡੇ ਮੁਲਕ ਦੇ ਉੱਤੇ ਕੋਈ ਹਮਲਾ ਕਰ ਦੇਵੇ, ਕੋਈ ਕਿਸੇ ਪ੍ਰਕਾਰ ਦਾ ਬਾਹਰਲਾ ਬੰਦਾ ਵਾਦ ਵਿਵਾਦ ਖੜਾ ਕਰੇ ਤੇ ਇਹ ਸਾਡੇ ਮੁਲਕ ਦੀ ਉਸ ਤੋਂ ਰੱਖਿਆ ਕਰਨ। ਉਹਨਾਂ ਫੌਜੀਆਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ। ਜਿਹੜੇ ਫੌਜੀ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਨੇ, ਜੀ ਤੋੜ ਕੇ ਕੰਮ ਕਰਦੇ ਨੇ, ਜੇ ਕੋਈ ਬਾਹਰੋਂ ਹਮਲਾਵਰ ਹੋ ਕੇ ਆ ਵੀ ਜਾਏ ਤੇ ਉਹ ਆਪਣੀਆਂ ਜਾਨਾਂ ਵਾਰ ਕੇ ਵੀ ਆਪਣੇ ਦੇਸ਼ ਦੀ ਰੱਖਿਆ ਨੂੰ ਸੁਰੱਖਿਅਤ ਰੱਖਣ ਲਈ ਸਭ ਕੁਝ ਕਰਦੇ ਨੇ ਜੋ ਉਹਨਾਂ ਨੂੰ ਕਰਨਾ ਪਵੇ। ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਜਦੋਂ ਬਹਾਦਰੀ ਦੇ ਕੰਮ ਕਰਦੇ ਨੇ ਆਪਣੇ ਮੁਲਕ ਲਈ, ਤੇ ਉਹਨਾਂ ਨੂੰ ਤਨਖਾਹ ਤੇ ਅਸਲ 'ਚ ਮਿਲਦੀ ਹੀ ਮਿਲਦੀ ਏ, ਪਰ ਫਿਰ ਬਹੁਤ ਵੱਡੇ ਵੱਡੇ ਉਹਨਾਂ ਨੂੰ ਰਿਵਾਰਡ ਦਿੱਤੇ ਜਾਂਦੇ ਨੇ, ਵੱਡੇ ਵੱਡੇ ਇਨਾਮ ਦਿੱਤੇ ਜਾਂਦੇ ਨੇ, ਉਹਨਾਂ ਦਾ ਨਾਂ ਸਦਾ ਲਈ ਦੇਸ਼ ਦੀਆਂ ਲਿਖਤਾਂ ਵਿੱਚ ਲਿਖਿਆ ਜਾਂਦਾ ਹੈ। ਦੂਜੇ ਪਾਸੇ ਕੁਝ ਇਹੋ ਜਿਹੇ ਵੀ ਫੌਜੀ ਲੋਕ ਹੁੰਦੇ ਨੇ ਜਿਹੜੇ ਆਪਣੇ ਹੀ ਮੁਲਕ ਦੇ ਨਾਲ ਬੇਵਫਾਈ ਵੀ ਕਰਦੇ ਨੇ, ਆਪਣੀ ਹੀ ਫੌਜ ਨਾਲ ਬੇਵਫਾਈ ਵੀ ਕਰਦੇ ਨੇ, ਭਾਵੇਂ ਉਹਨਾਂ ਨੂੰ ਤਨਖਾਹ ਵੀ ਮਿਲਦੀ ਹੈ, ਪਰ ਜਦੋਂ ਉਹਨਾਂ ਦੀ ਬੇਵਫਾਈ ਸਾਬਤ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਇਨਾਮ ਦੀ ਬਜਾਏ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਇਹ ਪ੍ਰਤੀਕ ਇੱਥੇ ਲਿਆ ਗੁਰੂ ਜੀ ਨੇ। ਤਾਂ ਸਾਨੂੰ ਸਮਝਾ ਕੀ ਰਹੇ ਨੇ ਕਿ ਇਹ ਤੇ ਗੱਲ ਸੀ ਨਾ ਇੱਕ ਮੁਲਕ ਦੀ ਤੇ ਉਹਦੀ ਫੌਜ ਦੀ, ਤੇ ਉਹਦੇ ਉੱਤੋਂ ਕੋਈ ਬਾਹਰੋਂ ਹਮਲਾਵਰ ਹੋ ਜਾਏ ਉਹਦੀ ਗੱਲ। ਰੱਬ ਨੇ ਇਹ ਜਿਹੜੀ ਧਰਤੀ ਬਣਾਈ ਏ, ਉਹਨੇ ਇੰਨੇ ਮੁਲਕ ਨਹੀਂ ਸੀ ਬਣਾਏ। ਉਹਨੇ ਇੱਕੋ ਹੀ ਧਰਤੀ, ਇੱਕੋ ਹੀ ਘਰ, ਇੱਕੋ ਹੀ ਪਲੈਨਟ ਬਣਾਇਆ ਤੇ ਸਾਡੇ ਸਭਨਾਂ ਲਈ ਸਾਂਝੀ ਬਣਾਈ ਸੀ। ਸਾਨੂੰ ਸਭਨਾਂ ਨੂੰ ਉਸ ਮਾਲਕ ਨੇ ਇਸ ਮਦਰ ਨੇਚਰ ਦੀ ਹਿਫਾਜ਼ਤ ਲਈ ਇੱਥੇ ਭੇਜਿਆ। ਜਿਵੇਂ ਮੁਲਕ ਆਪਣੀ ਫੌਜ ਨੂੰ ਆਪਣੇ ਚਾਰ ਚੁਫੇਰੇ ਬਾਰਡਰ ਦੇ ਉੱਤੇ ਮੁਲਕ ਦੀ ਹਿਫਾਜ਼ਤ ਲਈ ਭੇਜਦਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਨੇ ਸਾਨੂੰ ਸਭਨਾਂ ਨੂੰ ਇਸ ਕੁਦਰਤ ਦੀ ਸੇਵਾ ਸੰਭਾਲ ਲਈ ਇੱਥੇ ਭੇਜਿਆ, ਕਿਉਂਕਿ ਉਹ ਮਾਲਕ ਇਹਦੇ ਵਿੱਚ ਨਿਵਾਸ ਰੱਖਦਾ ਹੈ। ਤੇ ਗੁਰਮਤ ਦਾ ਇਹ ਵਿਚਾਰ ਹੈ ਕਿ ਜੇ ਤੁਸੀਂ ਕੁਦਰਤ ਨਾਲ ਜੁੜਦੇ ਹੋ ਤੇ ਪ੍ਰਮਾਤਮਾ ਨਾਲ ਜੁੜ ਜਾਂਦੇ ਹੋ। ਜੇ ਤੁਸੀਂ ਕੁਦਰਤ ਦੀ ਸੇਵਾ ਸੰਭਾਲ ਕਰਦੇ ਹੋ ਤੇ ਤੁਸੀਂ ਪ੍ਰਮਾਤਮਾ ਦੀ ਇੱਕ ਤਰ੍ਹਾਂ ਨਾਲ ਸੇਵਾ ਵਿੱਚ ਜੁਟੇ ਹੋਏ ਹੋ। ਸੋ ਜਿਹੜੇ ਲੋਕ ਆ ਕੇ ਇਸ ਦੁਨੀਆ ਦੇ ਵਿੱਚ ਕੁਦਰਤ ਦੀ ਸੇਵਾ ਸੰਭਾਲ ਕਰਦੇ ਨੇ, ਭਗਤ ਪੂਰਨ ਸਿੰਘ ਦੀ ਤਰ੍ਹਾਂ ਹੋਰ ਵੀ ਬੇਅੰਤ ਲੋਕ ਹੋਏ ਨੇ। ਅੱਜ ਕੱਲ੍ਹ ਕੋਈ ਸੰਤ ਨੇ ਜਿਹੜੇ ਸੀਚੇਵਾਲ, ਉਹ ਨਦੀਆਂ ਨਾਲਿਆਂ ਦੀ ਬੜੀ ਸੇਵਾ ਕਰਵਾ ਰਹੇ ਨੇ। ਉਹਨਾਂ ਵਿੱਚੋਂ ਘਾਹ ਬੂਟ ਪੁੱਟ ਕੇ, ਉਹਨਾਂ ਵਿੱਚੋਂ ਗੰਦਗੀ ਪਾਸੇ ਹਟਾ ਕੇ ਉਹਨੂੰ ਸ਼ੁੱਧ ਤੇ ਸਾਫ਼ ਕਰਨ ਦਾ ਯਤਨ ਕਰ ਰਹੇ ਨੇ। ਹੋਰ ਵੀ ਦੁਨੀਆ ਵਿੱਚ ਬੇਅੰਤ ਲੋਕ ਨੇ ਜਿਹੜੇ ਕੁਦਰਤ ਦੀ ਸੇਵਾ ਸੰਭਾਲ ਬਾਰੇ ਲਿਖਦੇ ਨੇ, ਬੋਲਦੇ ਨੇ ਔਰ ਉਹ ਕਰਦੇ ਵੀ ਨੇ। ਇਹੋ ਜਿਹੇ ਲੋਕਾਂ ਨੂੰ ਪ੍ਰਮਾਤਮਾ ਵੱਲੋਂ ਜੋ ਸਾਨੂੰ ਸੰਸਾਰ ਵਿੱਚ ਜੀਵਨ ਵਿੱਚ ਮਿਲਿਆ ਹੋਇਆ ਹੈ ਤੇ ਤਨਖਾਹ ਦੀ ਤਰ੍ਹਾਂ ਮਿਲਿਆ ਹੋਇਆ, ਰੱਬ ਦੇ ਰਿਹਾ ਸਾਨੂੰ ਸਭਨਾਂ ਨੂੰ। ਪਰ ਜਿਹੜੇ ਲੋਕ
ਉਚੇਚੇ ਤੌਰ ਤੇ ਕੁਝ ਕੁਦਰਤ ਦੀ ਸੇਵਾ ਸੰਭਾਲ ਲਈ ਕਰਨਗੇ, ਉਹਨਾਂ ਨੂੰ ਫਿਰ ਇਨਾਮ ਵੀ ਮਿਲਣਗੇ। ਦੂਜੇ ਪਾਸੇ ਜਿਹੜੇ ਲੋਕ ਇਸ ਕੁਦਰਤ ਦੀ ਸੇਵਾ ਸੰਭਾਲ ਕਰਨ ਦੀ ਬਜਾਏ ਇਸ ਦੇ ਵਿੱਚ ਕੋਈ ਨਾ ਕੋਈ ਉਪੱਦਰ ਮਚਾ ਕੇ, ਜਿਵੇਂ ਪਿੱਛੇ ਵੇਖਿਆ ਆਪਾਂ ਸਮੁੰਦਰ ਵਿੱਚ ਅੱਗ ਲਗਾ ਦਿੱਤੀ ਗਈ ਤੇ ਉਹ ਕਿੰਨੇ ਮਹੀਨੇ ਬਲਦੀ ਰਹੀ, ਉੱਥੇ ਕਾਬੂ ਨਾ ਪਾਇਆ ਜਾ ਸਕਿਆ। ਅਸੀਂ ਵੱਡੇ ਵੱਡੇ ਐਟਮ ਬੰਬ ਬਣਾਏ ਨੇ, ਉਹ ਚਲਾਏ ਜਾਂਦੇ ਨੇ, ਕੁਦਰਤ ਨੂੰ ਅਸੀਂ ਬਹੁਤ ਭਾਰੀ ਨੁਕਸਾਨ ਪਹੁੰਚਾਉਂਦੇ ਹਾਂ ਉਹਨਾਂ ਦੇ ਨਾਲ। ਤਨਖਾਹ ਤੇ ਉਹਨਾਂ ਲੋਕਾਂ ਨੂੰ ਵੀ ਮਿਲਦੀ ਸੀ, ਜੀਵਨ ਮਿਲਿਆ ਸੀ, ਜੀਵਨ ਜਿਉਣ ਦੀਆਂ ਸਹੂਲਤਾਂ ਮਿਲੀਆਂ ਸਨ, ਪਰ ਇਹਨਾਂ ਕੰਮਾਂ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਸਜ਼ਾ ਵੀ ਮਿਲੇਗੀ, ਹਰ ਹਾਲਤ ਵਿੱਚ ਮਿਲੇਗੀ, ਕਿਉਂਕਿ ਗੁਰੂ ਜੀ ਇੱਥੇ ਇਹੀ ਜ਼ਿਕਰ ਕਰਦੇ ਨੇ। ਸੋ ਅਸੀਂ ਜਿੰਨੇ ਵੀ ਲੋਕ ਇਸ ਧਰਤੀ ਉੱਤੇ ਪੈਦਾ ਹੋਏ ਹਾਂ, ਸਾਡਾ ਸਭਨਾਂ ਦਾ ਫਰਜ਼ ਹੈ ਅਸੀਂ ਇਸ ਕੁਦਰਤ ਦੀ ਸੇਵਾ ਸੰਭਾਲ ਕਰੀਏ। ਪਰ ਅਸਲ ਵਿੱਚ ਅਸੀਂ ਲੋਕ ਹੀ ਜ਼ਿੰਮੇਵਾਰ ਹਾਂ ਇਸ ਗੱਲ ਦੇ ਕਿ ਅਸੀਂ ਧਰਤੀ ਦੇ ਵਾਤਾਵਰਣ ਨੂੰ ਸ਼ੁੱਧ, ਸਾਫ਼ ਤੇ ਪਵਿੱਤਰ ਨਹੀਂ ਰਹਿਣ ਦਿੱਤਾ, ਤੇ ਇਹਦਾ ਹਰਜਾਨਾ ਸਾਨੂੰ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਰਨਾ ਹੀ ਪਏਗਾ, ਔਰ ਉਹੋ ਹੀ ਸਜ਼ਾ ਹੋਏਗੀ। ਇੱਥੇ ਗੱਲ ਕੀਤੀ ਗਈ ਹੈ ਕਿ ਲਸ਼ਕਰੀਆਂ ਘਰ ਸੰਭਲੇ, ਅਸੀਂ ਸਾਰੇ ਲੋਕ ਪ੍ਰਮਾਤਮਾ ਵੱਲੋਂ ਭੇਜੇ ਹੋਏ ਇਸ ਧਰਤੀ, ਇਸ ਦੇ ਵਾਤਾਵਰਣ ਦੀ ਹਿਫਾਜ਼ਤ ਲਈ ਇੱਥੇ ਇਕੱਠੇ ਹੋਏ ਹਾਂ। ਘਰ ਸੰਭਲੇ ਤੋਂ ਭਾਵ ਹੈ ਸਾਨੂੰ ਪ੍ਰਮਾਤਮਾ ਨੇ ਆਪਣੇ ਆਪਣੇ ਮੋਰਚੇ ਵਿੱਚ ਭੇਜਿਆ, ਅਸੀਂ ਆਪਣੇ ਆਪਣੇ ਟਿਕਾਣੇ ਤੇ ਹਾਂ, ਤੇ ਅਸੀਂ ਜਿੱਥੇ ਵੀ ਹਾਂ ਅਸੀਂ ਆਪਣੇ ਮੋਰਚੇ ਨੂੰ ਸੰਭਾਲੀਏ। ਜੋ ਮੇਰਾ ਕੰਮ ਹੈ ਮੈਂ ਆਪਣੀ ਇਮਾਨਦਾਰੀ ਨਾਲ ਕਰਾਂ, ਜੋ ਤੁਹਾਡਾ ਹੈ ਤੁਸੀਂ ਆਪਣੀ ਇਮਾਨਦਾਰੀ ਨਾਲ ਕਰੋ, ਜੋ ਬਾਕੀ ਲੋਕਾਂ ਦਾ ਹੈ ਉਹ ਲੋਕ ਆਪਣੀ ਇਮਾਨਦਾਰੀ ਨਾਲ ਕੰਮ ਕਰਨ। ਇਸ ਕੁਦਰਤ ਨਾਲ ਤੇ ਕੁਦਰਤ ਵਿੱਚ ਵਸੇ ਹੋਏ ਕਾਦਰ ਨਾਲ ਕਿਸੇ ਤਰ੍ਹਾਂ ਦੀ ਅਸੀਂ ਬੇਵਫਾਈ ਨਾ ਕਰੀਏ। ਇਹ ਗੁਰੂ ਜੀ ਸਾਨੂੰ ਸਮਝਾ ਰਹੇ ਨੇ। ਅਸੀਂ ਸਾਰੇ ਲੋਕ ਫੌਜੀਆਂ ਦੀ ਤਰ੍ਹਾਂ ਆਪਣੇ ਆਪਣੇ ਟਿਕਾਣਿਆਂ ਤੇ ਹਾਂ, ਅਤੇ ਇਸ ਸੰਸਾਰ ਵਿੱਚ ਜਦੋਂ ਅਸੀਂ ਆਏ ਹਾਂ ਤੇ ਰੱਬ ਜੀ ਪਾਸੋਂ ਤਨਖਾਹ ਲਿਖਵਾ ਕੇ ਆਏ ਹਾਂ, ਭਾਵ ਸਾਡਾ ਮੁਕੱਦਰ ਸਾਡੇ ਨਾਲ ਏ, ਸਾਡੀ ਕਿਸਮਤ ਸਾਡੇ ਨਾਲ ਏ। ਜੋ ਅਸੀਂ ਪਿੱਛੇ ਕੀਤਾ ਉਹ ਮਾਲਕ ਸਾਨੂੰ ਦੇ ਰਿਹਾ, ਜੋ ਅੱਗੇ ਕਰਾਂਗੇ ਉਹ ਵੀ ਦਿੰਦਾ ਰਹੇਗਾ। ਇਹ ਉਹਦਾ ਨਿਯਮ ਹੈ, ਉਹਦਾ ਅਸੂਲ ਹੈ। ਉਹ ਕਦੇ ਵੀ ਕਿਸੇ ਦਾ ਕੀਤਾ ਹੋਇਆ ਰੱਖਦਾ ਨਹੀਂ, ਇੱਕ ਤਿਲ ਨਹੀਂ ਭੰਨੇ ਘਾਲਿਆ। ਜੋ ਵੀ ਕੋਈ ਕਰਦਾ ਹੈ, ਕਰਨ ਦੀ ਸਾਨੂੰ ਆਜ਼ਾਦੀ ਹੈ, ਚਾਹੇ ਅਸੀਂ ਚੰਗਾ ਕਰੀਏ ਚਾਹੇ ਅਸੀਂ ਮਾੜਾ ਕਰੀਏ। ਚੰਗਾ ਕਰਾਂਗੇ ਇਨਾਮ ਪ੍ਰਾਪਤ ਹੋਏਗਾ, ਮਾੜਾ ਕਰਾਂਗੇ ਸਜ਼ਾ ਮਿਲੇਗੀ। ਸੋ ਅਸੀਂ ਸਾਰੇ ਲੋਕ ਇਸ ਸੰਸਾਰ ਵਿੱਚ ਪਰਮਾਤਮਾ ਵੱਲੋਂ ਭੇਜੇ ਹੋਏ ਆਏ ਹਾਂ, ਤੇ ਅਸੀਂ ਆਪਣੇ ਆਪਣੇ ਟਿਕਾਣੇ ਸੰਭਾਲ ਕੇ ਬੈਠੇ ਹੋਏ ਹਾਂ। ਕਾਰ ਕਮਾਵਹਿ ਸਿਰ ਧਨੀ, ਧਨੀ ਮੈਨੇ ਮਾਲਕ ਪਰਮਾਤਮਾ। ਸਿਰ ਅਸੀਂ ਕਈ ਵਾਰੀ ਇਹ ਸੁਭਾਵਕ ਹੀ ਸ਼ਬਦ ਵਰਤਦੇ ਹਾਂ, ਆਪਣੇ ਤੋਂ ਵੱਡਾ ਬੰਦਾ ਹੋਵੇ, ਕੋਈ ਸੀਨੀਅਰ ਹੋਵੇ ਤੇ ਸਾਨੂੰ ਉਹ ਕੋਈ ਕਰਨ ਲਈ ਆਖੇ ਤੇ ਅਸੀਂ ਸਹਿ ਸੁਭਾ ਹੀ ਆਖ ਦਿੰਦੇ ਹਾਂ ਕਿ ਤੁਹਾਡਾ ਹੁਕਮ ਸਿਰ ਮੱਥੇ ਤੇ। ਇੱਥੇ ਉਹ ਮਤਲਬ ਹੈ ਸਿਰ ਤੋਂ, ਸਿਰ ਧਨੀ, ਧਨੀ ਦਾ ਹੁਕਮ, ਮਾਲਕ ਦਾ ਹੁਕਮ ਸਿਰ ਮੱਥੇ ਤੇ ਧਰ ਕੇ ਜਿਹੜੇ ਕਾਰ ਕਮਾਉਂਦੇ ਹਨ। ਕਾਰ ਕਮਾਵਹਿ ਸਿਰ ਧਨੀ, ਮਾਲਕ ਦਾ ਹੁਕਮ ਸਿਰ ਮੱਥੇ ਤੇ ਮੰਨ ਕੇ ਜਿਹੜੇ ਲੋਕ ਕਾਰ ਕਮਾਉਂਦੇ ਹਨ, ਲਾਹਾ ਪੱਲੇ ਪਾਏ, ਉਹ ਇਸ ਸੰਸਾਰ ਵਿੱਚ ਆ ਕੇ ਲਾਭ ਖੱਟ ਕੇ ਜਾਂਦੇ ਨੇ, ਲਾਭ ਪੱਲੇ ਪਾ ਕੇ ਜਾਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੱਲ ਤੇ ਵੈਸੇ ਉੱਥੇ ਹੋ ਰਹੀ ਹੈ ਪੰਡਤ ਜੀ ਦੇ ਨਾਲ ਓਂਕਾਰੇਸ਼ਵਰ ਵਿੱਚ, ਤੇ ਹੋ ਰਹੀ ਹੈ ਸਾਡੇ ਸਭਨਾਂ ਲਈ, ਕਿਉਂਕਿ ਮਹਾਪੁਰਸ਼ਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਕਿਸੇ ਕਾਰਨ ਹੁੰਦਾ ਹੈ, ਕਿਸੇ ਨਿਯਮ ਅਧੀਨ ਹੁੰਦਾ ਹੈ, ਕਿਸੇ ਵਾਸਤੇ ਹੁੰਦਾ ਹੈ, ਤੇ ਇਹ ਸਾਡੇ ਸਭਨਾਂ ਲਈ ਹੈ। ਪਰ ਉਹਨਾਂ ਨੇ ਆਸਾ ਦੀ ਵਾਰ ਵਿੱਚ
बिल्कुल इसे भांत दे बचन लिखे ने। चाकर लग्गै चाकरी, जे चलै खसमै पाए। चाकर मैंने नौकर, इत्थे उसे गल नूं लश्करियां लिखिया, फौजियां घर संभले आए वजों लिखाए। चाकर लग्गै चाकरी, जे चाकर अपनी चाकरी वे सेवादारी विच लग जाए। जे चलै खसमै पाए, जे इस तरह कार कमावे जिस तरह मालक नूं चंगा लगे, जिवें मालक नूं वधिया लगे। जे वो नौकर वो सेवक इस तरह कार कमाउंदा है, फिर हुरमत तिस नूं अगली वो वजहों भी दूना खाए। हुरमत दा अगल इत्थे अर्थ इत्थे मान इज्जत, उस नूं होर भी बेअंत इज्जत मान ते सत्कार मिलदा है। वो वजहों भी दूना खाए, जिहड़ी तनख्वाह मिलनी सी उस तों भी वधेरे उस नूं दिता जांदा है। सो इहदा मतलब बड़ा ही स्पष्ट है कि असीं लोग जिन्ने भी इस संसार विच आए हैं, जे असीं नेक नीयती नाल अपना अपना काम करिए, जिथे भी आपां हां, जो भी असीं करदे हां, उस नूं नेक नीयती नाल ईमानदारी नाल करिए, मालक दे वफादार बन के करिए, ते सानूं तनख्वाह तो वधेरे बहुत बहुत लाभ हासिल हो सकदा है। असीं मालक दे नेड़े जा सकदे हां सिर्फ सेवा संभाल करके। ਜਿਹੜੇ ਲੋਕ ਸਿਮਰਨ ਕਰਨਗੇ ਇਹਦੇ ਨਾਲ ਨਾਲ, ਉਹ ਤੇ ਉਹਦੇ ਵਿੱਚ ਅਭੇਦ ਹੀ ਹੋ ਜਾਣਗੇ, ਉਹਦੇ ਵਿੱਚ ਸਮਾ ਹੀ ਜਾਣਗੇ। ਫਿਰ ਉਹ ਸਦਾ ਸਦਾ ਲਈ ਦੁੱਖਾਂ ਤੋਂ ਛੁਟਕਾਰਾ ਹਾਸਲ ਕਰ ਲੈਣਗੇ। ਗੁਰੂ ਜੀ ਨੇ ਇੱਥੇ ਸਾਨੂੰ ਇਸ ਤਰ੍ਹਾਂ ਪਿਆਰ ਨਾਲ ਇਹ ਗੱਲ ਸਮਝਾਈ ਹੈ ਕਿ ਬਈ ਆਪਣਾ ਆਪਣਾ ਕੰਮ ਈਮਾਨਦਾਰੀ ਨਾਲ ਤੇ ਆਪਣੇ ਸਿੱਧੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਸਕਦੇ ਬੰਦਿਆਂ ਵਾਂਗੂ ਕਰੋ। ਫਿਰ ਅਗਲੀਆਂ ਪੰਕਤੀਆਂ ਦੋ ਹੋਰ ਨੇ, ਜਿਨ੍ਹਾਂ ਵਿੱਚ ਉਹਨਾਂ ਦੱਸਿਆ ਲੱਭ ਲੋਭ ਬੁਰਿਆਈਆਂ ਛੋਡੇ ਮਨੋਂ ਵਿਸਾਰ। ਇਹ ਜਿਹੜੇ ਵਿਕਾਰ ਨੇ, ਜਿਹੜੇ ਲੋਕ ਮਾਲਕ ਦੀ ਕਾਰ ਨੂੰ ਸਿਰ ਮੱਥੇ ਤੇ ਮੰਨ ਕੇ ਕਰਦੇ ਨੇ ਨਾ, ਉਹ ਇਹਨਾਂ ਬੁਰਿਆਈਆਂ ਨੂੰ ਮਨੋਂ ਵਿਸਾਰ ਛੱਡਦੇ ਹਨ, ਮਨੋਂ ਵਿਸਾਰ ਦਿੰਦੇ ਹਨ। यानी वो फिर बुरे कर्म नहीं करते। लभ ते लोभ दो शब्द ने, समार्थिक ने, ते कुछ विद्वानां दा मत लभ जिहड़ा हुंदा है शब्द ये थोड़ा खाण पीण वाले पासे नूं हुंदा है, खाण पीण दा लभ करना। लोभ हुंदा है बाकी सब चीज़ां लई जो भी असीं जिन्नूं असीं लालच आखदे हां। सो ये दोवें समार्थिक शब्द ने, किसी भी प्रकार दा लालच करना लभ लोभ हुंदा है। बुरियाइयां ये सारियां बुरियाइयां ही ने जो असीं संतोख तो बाहर निकल के करते हैं, क्योंकि लोभ दे उल्ट संतोख हुंदा है। जिहड़ा भी कर्म जो भी असीं खो खिंज कर रहे हैं संसार दे अंदर, संतोख विचों बाहर निकल के वो सब बुरियाइयां ही ने। सो सबर संतोख दी जिंदगी जिउणी ते अपने मालक दे हुक्म नूं सिर मत्थे ते रख के उहनूं पूरियां करना, भाव हुक्म वजाउणा। इस तरह ਜਿਹੜੇ ਲੋਕ ਕਰਦੇ ਨੇ ਉਹ ਇਹਨਾਂ ਬੁਰਾਈਆਂ ਨੂੰ ਛੋਡੇ ਮਨੋਂ ਵਿਸਾਰ, ਉਹਨਾਂ ਨੇ ਮਨੋਂ ਵਿਸਾਰ ਛੱਡਿਆ ਹੋਇਆ। ਫਿਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ। ਇਹੋ ਜਿਹੇ ਬੰਦਿਆਂ ਨੂੰ, ਗੜ ਮੈਨੇ ਕਿਲਾ, ਫੌਜਾਂ ਅਸਲ 'ਚ ਕਿਲਿਆਂ ਵਿੱਚ ਹੁੰਦੀਆਂ ਨੇ। ਜਦੋਂ ਉਹਨਾਂ ਨੂੰ ਬਾਰਡਰ ਤੇ ਜਾਣਾ ਪੈਂਦਾ ਹੈ ਉਦੋਂ ਕਿਲਾ ਛੱਡ ਕੇ ਬਾਹਰ ਜਾਂਦੇ ਨੇ। गढ़ मैंने किला, ये साडा शरीर भी एक किला है, ये सत संगत भी एक किला है, ते ये पूरी कायनात पूरी कुदरत भी एक किला है। जदों असीं इहदे विच विचरदे हां, जे असीं हर चीज़ नूं इस तरह वेखीए कि इहदे विच परमात्मा वसिया होया है, ते फिर असीं परमात्मा दी हिफाजत विच, उस दी प्रोटैक्शन विच चले जाने हां, जिस नूं गुरबाणी विच राम कार आख्या होया है। असीं राम दी कार यानी परमात्मा दी हजूरी विच चले जाने हां, फिर ਉਹ यानी शरण विच चले जाने हां। फिर सानूं शरण आयां दी ਉਹ साडी लाज रखदा ही रखदा है। गढ़ मैंने किला। सो शरीर रूप किलियां दे अंदर असीं जिहड़े लोक आए हां, दोही पातशाह की, दोही दे बहुत सारे अर्थ ने, पर जिहड़े इत्थे अर्थ ढुकदे ने वो है पुकार, दुहाई देना, पुकार करना।
ਤੇ ਸਹਾਇਤਾ ਲਈ ਪੁਕਾਰ ਕਰਨਾ। ਪਾਤਸ਼ਾਹ ਕੀ ਦੋ ਹੀ ਇੱਥੇ ਆ, ਪਾਤਸ਼ਾਹ ਮੈਨੇ ਮਾਲਕ ਪਰਮਾਤਮਾ। ਪੁਕਾਰ ਕਰਨਾ ਕਿ ਹੇ ਪਰਮਾਤਮਾ ਸਾਡੀ ਸਹਾਇਤਾ ਕਰ। ਸਰੀਰ ਰੂਪ ਕਿਲੇ ਵਿੱਚ ਬੈਠਿਆਂ ਹੋਇਆਂ ਪਰਮਾਤਮਾ ਅੱਗੇ ਪੁਕਾਰ ਕਰਨਾ ਕਿ ਸਾਡੀ ਸਹਾਇਤਾ ਕਰ। ਜਿਵੇਂ ਫੌਜੀ ਲੋਕ ਜਦੋਂ ਕਿਲੇ ਤੋਂ ਬਾਹਰ ਜਾਂਦੇ ਨੇ ਤੇ ਉਹ ਆਪਣੇ ਵੱਡਿਆਂ ਲੋਕਾਂ ਨੂੰ, ਵੱਡੇ ਅਫਸਰਾਂ ਨੂੰ ਪੁਕਾਰ ਭੇਜਦੇ ਨੇ ਕਿ ਸਾਨੂੰ ਇਹ ਚੀਜ਼ਾਂ ਦੀ ਲੋੜ ਏ, ਸਾਡੀ ਇਹ ਸਹਾਇਤਾ ਕੀਤੀ ਜਾਵੇ ਤਾਂ ਕਿ ਅਸੀਂ ਜਾ ਕੇ ਦੁਸ਼ਮਣ ਤੋਂ ਮਾਰ ਨਾ ਖਾਈਏ, ਸਗੋਂ ਉਹਨਾਂ ਉੱਤੇ ਅਸੀਂ ਵਿਜੈ ਹਾਸਲ ਕਰੀਏ। ਇਸ ਤਰ੍ਹਾਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ। ਗੁਰੂ ਜੀ ਨੇ ਫੌਜ ਦਾ ਅਲੰਕਾਰ ਲਿਆ ਹੋਇਆ ਹੈ ਤੇ ਤੁਸੀਂ ਫੌਜ ਦੀ ਹਰ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਸ਼ਬਦ ਨੂੰ ਸਮਝੋ ਕਿ ਕਿਵੇਂ ਫੌਜੀਆਂ ਦੀਆਂ ਜ਼ਰੂਰਤਾਂ ਨੇ। ਚੰਗਿਆਂ ਲੋਕਾਂ ਨੂੰ ਇਨਾਮ ਮਿਲਦੇ ਨੇ, ਮਾੜਿਆਂ ਨੂੰ ਸਜ਼ਾਵਾਂ ਮਿਲਦੀਆਂ ਨੇ। ਉਹ ਆਪਣੀ ਸਹਾਇਤਾ ਲਈ ਪੁਕਾਰ ਵੀ ਕਰਦੇ ਨੇ ਪਿੱਛੇ ਕਿ ਸਾਨੂੰ ਅਸਲਾ ਚਾਹੀਦਾ, ਸਾਨੂੰ ਹੋਰ ਫੌਜੀ ਜਵਾਨ ਚਾਹੀਦੇ ਨੇ। ਇਸ ਤਰ੍ਹਾਂ ਦੀ ਗੱਲ ਅਸੀਂ ਧਿਆਨ 'ਚ ਰੱਖ ਕੇ ਜੇ ਇਹਨੂੰ ਸਮਝੀਏ ਤੇ ਆਸਾਨੀ ਨਾਲ ਸਮਝ ਸਕਦੇ ਹਾਂ ਵੀ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਨੇ। ਇੱਥੇ ਹੈ ਗੜ੍ਹ ਕਿਲਾ, ਸਰੀਰ ਰੂਪ ਕਿਲੇ ਵਿੱਚ ਦੋ ਹੀ ਪਾਤਸ਼ਾਹ ਕੀ। ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਅਸੀਂ ਸਹਾਇਤਾ ਲਈ ਪੁਕਾਰ ਕਰਨੀ ਹੈ। ਸਾਡੇ ਦੁਸ਼ਮਣ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਿ ਉਹ ਬੜੇ ਤਕੜੇ ਨੇ, ਬੜੇ ਬਲਵਾਨ ਨੇ। ਹੇ ਪ੍ਰਮਾਤਮਾ, ਅਸੀਂ ਸਿੱਧੇ ਉਹਨਾਂ ਨਾਲ ਲੜਨ ਦੇ ਸਮਰੱਥ ਨਹੀਂ ਹਾਂ। ਤੂੰ ਕਿਰਪਾ ਕਰ, ਸਾਡੀ ਸਹਾਇਤਾ ਕਰ। ਇਹ ਪੁਕਾਰ ਕਰਨੀ। ਤੂੰ ਸਾਡੀ ਸਹਾਇਤਾ ਕਰ ਤਾਂ ਜੋ ਅਸੀਂ ਆਪਣੇ ਇਹਨਾਂ ਦੁਸ਼ਮਣਾਂ ਦੇ ਨਾਲ ਲੜ ਕੇ ਇਹਨਾਂ ਦੇ ਉੱਤੇ ਜਿੱਤ ਹਾਸਲ ਕਰ ਸਕੀਏ। ਤੇ ਇਹ ਗੱਲ ਆਪਾਂ ਪਹਿਲਾਂ ਕਈ ਵਾਰੀ ਕੀਤੀ ਕਿ ਇਹਨਾਂ ਨੂੰ ਮਾਰਨਾ ਨਹੀਂ, ਇਹ ਮਰਨਗੇ ਵੀ ਨਹੀਂ। ਇਹਨਾਂ ਉੱਤੇ ਸਿਰਫ ਕੰਟਰੋਲ ਕੀਤਾ ਜਾ ਸਕਦਾ, ਇਹਨਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ਔਰ ਇਹਨਾਂ ਤੋਂ ਚੰਗੇ ਕੰਮ ਕਰਵਾਏ ਜਾ ਸਕਦੇ ਨੇ। ਸੋ ਚੰਗੇ ਕੰਮ ਕਰਨ ਲਈ ਇਹਨਾਂ ਉੱਤੇ ਅਸੀਂ ਵਿਜੈ ਹਾਸਲ ਕਰ ਲਈਏ। ਹੇ ਪ੍ਰਮਾਤਮਾ, ਤੂੰ ਸਾਡੀ ਸਹਾਇਤਾ ਕਰ। ਜਿਹੜੇ ਇਸ ਤਰ੍ਹਾਂ ਪੁਕਾਰ ਕਰਦੇ ਨੇ, ਗੜ੍ਹ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਪਾਤਸ਼ਾਹ ਅੱਗੇ ਪੁਕਾਰ ਕਰਦੇ ਨੇ ਸਹਾਇਤਾ ਲਈ, ਉਹਨਾਂ ਨੂੰ ਕਦੇ ਨਾ ਆਵੇ ਹਾਰ। ਉਹ ਨਹੀਂ ਕਦੀ ਹਾਰਦੇ। ਫਿਰ ਉਹ ਸੰਸਾਰ ਵਿੱਚ ਆਏ, ਜੀਵਨ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਸੋ ਇਹ ਉੱਪਰਲੀਆਂ 4 ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਇਸ ਭਾਂਤ ਨਾਲ ਸਾਨੂੰ ਬੜੀ ਪਿਆਰ ਨਾਲ ਸਿੱਖਿਆ ਦਿੱਤੀ ਹੈ ਕਿ ਅਸੀਂ ਪਰਮਾਤਮਾ ਅੱਗੇ ਪੁਕਾਰ ਕਰੀਏ। ਸਾਡੇ ਵੈਰੀ ਜ਼ਬਰਦਸਤ ਨੇ, ਸਾਨੂੰ ਹਰ ਵਕਤ ਹਰਾ ਦਿੰਦੇ ਨੇ, ਸਾਡੇ ਉੱਤੇ ਜਿੱਤ ਹਾਸਲ ਕਰ ਲੈਂਦੇ ਨੇ। ਹੇ ਪਰਮਾਤਮਾ ਜੀ, ਤੁਸੀਂ ਸਾਡੇ ਤੇ ਮਿਹਰ ਕਰੋ। ਅਸੀਂ ਤੁਹਾਡੇ ਅੱਗੇ ਪੁਕਾਰ ਕਰਦੇ ਹਾਂ ਤੇ ਫਿਰ ਗੁਰਦਰਸਾਏ ਰਾਹ ਤੇ ਚੱਲਣਾ ਹੈ ਕਿ ਜੋ ਮਾਲਕ ਦਾ ਹੁਕਮ ਹੈ, ਸਾਨੂੰ ਉਸ ਹੁਕਮ ਨੂੰ ਸਿਰ ਮੱਥੇ ਤੇ ਮੰਨ ਕੇ ਕਾਰ ਕਮਾਉਣੀ ਹੈ ਜ਼ਿੰਦਗੀ ਵਿੱਚ। ਇਹਦਾ ਭਾਵ ਬੜਾ ਸਿੱਧਾ ਜਿਹਾ ਵੀ ਚੰਗੇ ਕਰਮ ਕਰਨੇ ਨੇ, ਮਾੜੇ ਛੱਡਣੇ ਨੇ, ਲੱਭ ਲੋਭ ਬੁਰਾਈਆਂ ਛੱਡ ਦੇਣੀਆਂ ਨੇ। ਸਤ ਸੰਤੋਖ ਦਇਆ ਧਰਮ ਆਦਿਕ ਜਿਹੜੇ ਗੁਣ ਨੇ ਉਹਨਾਂ ਨੂੰ ਜੀਵਨ ਵਿੱਚ ਵਸਾ ਲੈਣਾ ਹੈ, ਭਾਵ ਜੀਵਨ ਵਿੱਚ ਅਪਣਾ ਲੈਣਾ ਹੈ। ਜੇ ਇਸ ਤਰ੍ਹਾਂ ਕਰਾਂਗੇ ਕਦੇ ਨਾ ਆਵੇ ਹਾਰ। ਫਿਰ ਸਾਨੂੰ ਜੀਵਨ ਪੰਧ ਤੇ ਚੱਲਦਿਆਂ ਕਦੇ ਹਾਰ ਦਾ ਮੂੰਹ ਨਹੀਂ ਵੇਖਣਾ ਪਏਗਾ। ਸੋ ਇਹ ਗੱਲ ਸਾਨੂੰ ਇਹਨਾਂ ਪਹਿਲੀਆਂ 4 ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਸਮਝਾਈ ਹੈ ਪੰਡਿਤ ਜੀ ਦੇ ਨਾਲ ਗੱਲ ਕਰਦਿਆਂ ਹੋਇਆਂ। ਅੱਗੇ ਦੂਸਰਾ ਪੱਖ ਰੱਖਿਆ ਹੈ, ਚਾਕਰ ਕਹੀਐ ਖਸਮ ਕਾ ਸੌਹੇ ਉੱਤਰ ਦੇ। ਸੌਹੇ ਤੋਂ ਭਾਵੇਂ ਸਾਹਮਣੇ। ਭਈ ਤੂੰ ਮਾਲਕ ਦਾ ਨੌਕਰ ਤੇ ਅਖਵਾਉਣਾ ਹੈ। ਅਸੀਂ ਸਾਰੇ ਜਿੰਨੇ ਵੀ ਜੀ ਸੰਸਾਰ ਵਿੱਚ ਆਏ ਹਾਂ, ਭਾਵੇਂ ਮਾਲਕ ਦੇ ਬੱਚੇ ਆ, ਪਰ ਇੱਥੇ ਨਾ ਗੁਰੂ ਜੀ ਨੇ ਫੌਜੀਆਂ ਦੀ ਤਰ੍ਹਾਂ ਸਾਨੂੰ ਰੱਖ ਕੇ ਉਸ ਪ੍ਰਤੀਕ ਨੂੰ, ਉਸ ਉਦਾਹਰਨ ਨੂੰ ਲੈ ਕੇ ਗੱਲ ਕੀਤੀ ਹੈ। ਅਸੀਂ ਚਾਕਰ ਕਹੀਏ ਖਸਮ ਕਾ, ਜਿਹੜਾ ਮਨੁੱਖ ਆਪਣੇ ਮਾਲਕ ਦਾ ਨੌਕਰ ਕਿਹਾ ਜਾਂਦਾ ਹੈ, ਆਖਿਆ ਜਾਂਦਾ ਹੈ ਵੀ ਇਹ ਫੌਜੀ ਜਵਾਨ ਹੈ, ਸੌਹੇ ਉੱਤਰ ਦੇ ਅਤੇ ਆਪਣੇ ਮਾਲਕ ਨੂੰ ਸਾਹਮਣਿਓਂ ਭਾਵ ਉਹਦੇ ਮੂੰਹ ਤੇ ਹੀ ਅੱਗੋਂ ਜਵਾਬ ਵੀ ਦਿੰਦਾ। ਉਹ ਕਹਿੰਦਾ ਤੂੰ ਇਹ ਕੰਮ ਕਰ, ਤੇ ਉਹ ਕਹਿੰਦਾ ਇਹ ਕਾਹਦੇ ਲਈ ਕਰਨਾ, ਇਹਦੀ ਕੀ ਲੋੜ ਪੈ ਗਈ ਹੈ। ਸੋ ਇਹੋ ਜਿਹੀਆਂ ਬੜੀਆਂ ਕਹਾਣੀਆਂ ਸਾਡੇ ਸਮਾਜ ਵਿੱਚ ਪ੍ਰਚਲਿਤ ਨੇ ਤੇ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿ ਅਸੀਂ ਜੋ ਮਾਲਕ ਦਾ ਹੁਕਮ ਹੈ ਉਹਨੂੰ ਸਾਹਮਣੇ ਜਵਾਬ ਨਾ ਦਈਏ, ਉਸ ਨੂੰ ਸਿਰ ਮੱਥੇ ਤੇ ਮੰਨੀਏ।
ਉਹ ਜਿਹੜੀ ਪਹਿਲੀ ਅਸੀਂ ਗੱਲ ਕੀਤੀ ਨਾ, ਚਾਕਰ ਲੱਗਿਆ ਚਾਕਰੀ, ਉਹ ਪੌੜੀ ਹੈ ਆਸਾ ਦੀ ਵਾਰ ਵਿੱਚ, ਤੇ ਉਹਦੇ ਵਿੱਚ ਹੀ ਗੁਰੂ ਜੀ ਨੇ ਅੱਗੇ ਦੂਸਰਾ ਪੱਖ ਵੀ ਸਾਡੇ ਸਾਹਮਣੇ ਰੱਖਿਆ ਹੈ। ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਚਾਕਰ ਕਹੀਏ ਖਸਮ ਕਾ ਸੌਹੇ ਉੱਤਰ ਦੇ। ਸਾਹਮਣੇ ਉਹ ਭਾਵ ਮੂੰਹ ਤੇ ਹੀ ਉਹਦੇ ਸਾਹਮਣੇ ਹੀ ਅੱਗੋਂ ਜਵਾਬ ਵੀ ਦਿੰਦਾ ਵੀ ਮੈਂ ਨਹੀਂ ਇਹ ਕਰਨਾ, ਕਾਹਦੇ ਲਈ ਕਰਨਾ, ਇਹਦੀ ਕੀ ਲੋੜ ਹੈ। ਖਸਮੈ ਕਰੇ ਬਰਾਬਰੀ, ਜਿਹੜਾ ਇਸ ਤਰ੍ਹਾਂ ਦੀ ਬਰਾਬਰੀ ਕਰਦਾ ਫਿਰ ਗੈਰਤ ਅੰਦਰ ਪਾਏ। ਗੈਰਤ ਦਾ ਅਰਥ ਹੈ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਸ਼ਰਮ, ਲੱਜਾ, ਸ਼ਰਮਿੰਦਗੀ, ਅਰਬੀ ਤੋਂ ਆਇਆ ਹੋਇਆ ਸ਼ਬਦ। ਫਿਰ ਉਸ ਨੂੰ ਸ਼ਰਮਿੰਦਗੀ ਦਾ ਮੂੰਹ ਵੇਖਣਾ ਪੈਂਦਾ ਹੈ। ਉੱਤੇ ਸੀ ਕਿ ਹੁਰਮਤ ਤਿਸ ਨੂੰ ਅਗਲੀਓ ਵਜੋਂ ਪਿਦੂਣਾ ਖਾਏ, ਇੱਥੇ ਆ ਕਿ ਉਹ ਗੈਰਤ ਅੰਦਰ ਪਾਏ ਤੇ ਅੱਗੇ ਵਜੋਂ ਗਵਾਏ, ਅਗਲਾ ਮੂੰਹੇ ਮੂੰਹ ਪਾਣਾ ਖਾਏ। ਦੇਖੋ ਸਜ਼ਾ ਵੀ ਮਿਲਦੀ ਹੈ। ਇੱਕ ਤਾਂ ਸ਼ਰਮਿੰਦਗੀ ਦਾ ਮੂੰਹ ਵੇਖਣਾ ਪਏਗਾ, ਦੂਜਾ ਜੋ ਸਾਨੂੰ ਤਨਖਾਹ ਮਿਲਦੀ ਉਹ ਵੀ ਕੱਟੀ ਜਾਏਗੀ, ਤੇ ਮੂੰਹੇ ਮੂੰਹ ਪਾਣਾ ਖਾਏ ਤੋਂ ਭਾਵੇਂ ਸਜ਼ਾ ਵੀ ਭੁਗਤਣੀ ਪਏਗੀ। ਤਨਖਾਹ ਵੀ ਨਹੀਂ ਮਿਲਣੀ, ਜੇਲ੍ਹ 'ਚ ਵੀ ਜਾਣਾ ਪੈਣਾ, ਤੇ ਜੇਲ੍ਹ ਵਿੱਚ ਬਾਮੁਸ਼ੱਕਤ ਸਜ਼ਾ ਵੀ ਕੱਟਣੀ ਪੈਣੀ, ਭੁਗਤਣੀ ਪੈਣੀ। ਇਹ ਗੱਲ ਜਿਹੜੇ ਲੋਕ ਇਸ ਸੰਸਾਰ ਵਿੱਚ ਆ ਕੇ ਵਾਹਿਗੁਰੂ ਜੀ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨ ਕੇ ਕਾਰ ਨਹੀਂ ਕਰਦੇ, ਉਹਨਾਂ ਦਾ ਫਿਰ ਇਹ ਹਾਲ ਹੋਏਗਾ। ਅਗਲੀ ਪੰਕਤੀ ਵਿੱਚ ਦੱਸਿਆ ਗੁਰੂ ਜੀ ਨੇ ਵਜੋਂ ਗਵਾਏ ਆਪਣਾ, ਤਖਤ ਨਾ ਬੈਸਹਿ ਸੇ। ਆਸਾ ਦੀ ਵਾਰ ਵਿੱਚ ਵਜੋਂ ਗਵਾਏ, ਅਗਲਾ ਮੂੰਹੇ ਮੂੰਹ ਪਾਣਾ ਖਾਏ, ਇੱਥੇ ਆ ਤਖਤ ਨਾ ਬੈਸੇ ਸੇ। ਉਹ ਜੋ ਕੁਛ ਉਹਨਾਂ ਦੇ ਭਾਗਾਂ ਵਿੱਚ ਰੱਬ ਜੀ ਨੇ ਲਿਖ ਕੇ ਪਾਇਆ ਭੇਜਿਆ ਉਹ ਵੀ ਗਵਾ ਬੈਠਦੇ ਨੇ। ਭਾਵ ਮਾੜੇ ਕਰਮ ਕਰਕੇ ਜਦੋਂ ਉਹ ਸਜ਼ਾ ਭੁਗਤਦੇ ਨੇ, ਇੱਕ ਤਰ੍ਹਾਂ ਨਾਲ ਜੋ ਉਹਨਾਂ ਦੇ ਭਾਗਾਂ ਵਿੱਚ ਪਹਿਲਾਂ ਲਿਖਿਆ ਸੀ ਉਹ ਗਵਾ ਬੈਠੇ ਨੇ। ਹੁਣ ਅੱਗੇ ਮਾੜਾ ਇੱਕ ਕਰਮ ਕਰਕੇ ਉਹਨਾਂ ਪਿਛਲਿਆਂ ਸਾਰਿਆਂ ਉੱਤੇ ਪਾਣੀ ਫੇਰ ਲਿਆ। ਵਜੋਂ ਗਵਾਏ ਆਪਣਾ, ਤਖਤ ਨਾ ਬੈਸਹਿ ਸੇ। ਜਿਵੇਂ ਉੱਤੇ ਸੀ ਕਿ ਕਾਰ ਕਮਾਵੇਂ ਸਿਰ ਧਣੀ, ਲਾਹਾ ਪੱਲੇ ਪਾਏ, ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ, ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਤੇ ਜਿਹੜੇ ਨਹੀਂ ਉਸ ਹੁਕਮ ਨੂੰ ਮੰਨਦੇ, ਤਖਤ ਨਾ ਬੈਸਹਿ ਸੇ, ਉਹਨਾਂ ਨੂੰ ਕੋਈ ਉੱਚਾ ਅਹੁਦਾ ਨਹੀਂ ਮਿਲਦਾ। ਭਾਵ ਉਹਨਾਂ ਨੂੰ ਕੋਈ ਨਾਮ ਕਨਾਮ ਨਹੀਂ ਮਿਲਦਾ, ਉਹਨਾਂ ਨੂੰ ਕੋਈ ਸ਼ੋਹਰਤ ਨਹੀਂ ਮਿਲਦੀ, ਉਹਨਾਂ ਨੂੰ ਕੋਈ ਮਾਣ ਇੱਜ਼ਤ ਨਹੀਂ ਮਿਲਦਾ, ਸਗੋਂ ਉਹ ਤਨਖਾਹ ਦੇ, ਯਾਨੀ ਤਨਖਾਹ ਜਿਹੜੀ ਨਾ ਅਸੀਂ ਗੁਰਮੁਖੀ ਸਾਡੀ ਅਧਿਆਤਮ ਦੀ ਬੋਲੀ ਵਿੱਚ ਤਨਖਾਹ ਸਜ਼ਾ ਨੂੰ ਆਖਦੇ ਨੇ। ਇਹ ਆ ਵੀ ਉਹਨੂੰ ਤਨਖਾਹ ਲਾਤੀ ਨਾ, ਉੱਥੇ ਅਕਾਲ ਤਖਤ ਤੇ ਛੱਡ ਕੇ। ਤਨਖਾਹ ਦਾ ਮਤਲਬ ਹੁੰਦਾ ਸਜ਼ਾ, ਤਨਖਾਹੀਆ। ਜਿਹਨੂੰ ਸਜ਼ਾ ਲੱਗੀ ਉਹ ਤਨਖਾਹੀਆ ਹੋ ਗਿਆ, ਤੇ ਸਜ਼ਾ ਹੋ ਗਈ ਤਨਖਾਹ। ਸੋ ਆਪਣੀ ਇਸ ਗੁਰਮਤ ਦੀ ਬੋਲੀ ਵਿੱਚ ਤਨਖਾਹ ਸਜ਼ਾ ਨੂੰ ਵੀ ਆਖਦੇ ਨੇ। ਸੋ ਉਹ ਇੱਕ ਤੇ ਆਪਣੀ ਜੋ ਭਾਗਾਂ 'ਚ ਲਿਖਿਆ ਉਹ ਗਵਾ ਬੈਠਦੇ ਨੇ, ਅੱਗੋਂ ਸਗੋਂ ਉਲਟਾ ਤਨਖਾਹ ਲੱਗ ਜਾਂਦੀ ਹੈ। ਤਨਖਾਹ ਤੋਂ ਭਾਵ ਸਜ਼ਾ। ਤਖਤ ਨਾ ਬੈਸੇ ਸੇ, ਉਹ ਫਿਰ ਉੱਚੇ ਅਹੁਦੇ ਤੇ ਨਹੀਂ ਬਿਰਾਜਮਾਨ ਹੁੰਦੇ, ਸਗੋਂ ਤਨਖਾਹ ਭੋਗਦੇ ਨੇ, ਯਾਨੀ ਸਜ਼ਾ ਭੋਗਦੇ ਨੇ। ਸੋ ਇੱਥੋਂ ਤੱਕ ਜਿਹੜੀਆਂ ਪੰਕਤੀਆਂ ਨੇ ਗੁਰੂ ਜੀ ਨੇ ਇਹਨਾਂ ਵਿੱਚ ਸਾਨੂੰ ਨਾ ਦੋਵੇਂ ਪਾਸੇ ਸਾਡੇ ਸਾਹਮਣੇ ਰੱਖੇ ਨੇ ਕਿ ਇੱਕ ਇਨਸਾਨ ਹੋਣ ਦੇ ਨਾਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਤੇ ਇੱਕ ਇਨਸਾਨ ਹੋਣ ਦੇ ਨਾਤੇ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ। ਕਰਨਾ ਇਹ ਚਾਹੀਦਾ ਹੈ ਕਿ ਔਗੁਣਾਂ ਦਾ ਤਿਆਗ ਕਰੋ, ਗੁਣਾਂ ਨੂੰ ਧਾਰਨ ਕਰੋ, ਤੇ ਮਾਲਕ ਦੇ ਹੁਕਮ ਵਿੱਚ ਚੱਲੋ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਵੀ ਉਸ ਮਾਲਕ ਦੇ ਹੁਕਮ ਵਿੱਚ ਚੱਲੋ। ਪਰ ਜੇ ਨਾ ਵੀ ਚੱਲੋ ਤੇ ਤੁਹਾਨੂੰ ਫਰੀਡਮ ਹੈ, ਤੁਹਾਡੀ ਮਰਜ਼ੀ ਹੈ, ਨਾ ਚੱਲੋ, ਨਹੀਂ ਚੱਲਣਾ ਚਾਹੁੰਦੇ। ਜੇ ਨਹੀਂ ਚੱਲੋਗੇ ਫਿਰ ਕੀ ਹੋਏਗਾ? ਫਿਰ ਅਗਲੀ ਗੱਲ ਸਜ਼ਾ ਮਿਲੇਗੀ। ਸਜ਼ਾ ਸਾਡੇ ਆਪਣੇ ਕੀਤੇ ਕਰਮ ਦੀ ਹੀ ਮਿਲੇਗੀ, ਕਿਉਂਕਿ ਫੌਜੀ ਜਵਾਨ ਨੂੰ ਭੇਜਿਆ ਤੇ ਇਸ ਲਈ ਸੀ ਕਿ ਤੂੰ ਭਾਈ ਉੱਥੇ ਬਾਰਡਰ ਤੇ ਜਾ ਕੇ ਦੇਸ਼ ਦੀ ਸੁਰੱਖਿਆ ਲਈ ਤੂੰ ਕੰਮ ਕਰਨਾ ਹੈ। ਤੇ ਜੇ ਉੱਥੇ ਜਾ ਕੇ ਉਹ ਬੇਵਫਾਈ ਕਰੇ, ਉਹ ਦੇਸ਼ ਦੀ ਜਾਸੂਸੀ ਕਰਨ ਲੱਗ ਜੇ, ਦੂਜਿਆਂ ਨੂੰ ਭੇਦ ਦੱਸਣ ਲੱਗ ਜੇ ਆਪਣੇ ਮੁਲਕ ਦੇ, ਉਹ ਕੰਮ ਗਲਤ ਹੈ, ਉਹ ਠੀਕ ਨਹੀਂ। ਤੇ ਅਸੀਂ ਲੋਕ ਵੀ ਜਿਹੜੇ ਹੁਕਮ ਵਿੱਚ ਨਾ ਰਵਾਂਗੇ, ਇੱਕ ਤਰ੍ਹਾਂ ਨਾਲ ਉਹਦੀ ਤਰ੍ਹਾਂ ਸਾਨੂੰ ਵੀ ਸਜ਼ਾ ਮਿਲੇਗੀ। ਉਹ ਸਾਡੇ ਕੀਤੇ ਕਰਮ ਦੀ ਹੀ ਮਿਲਣੀ ਹੈ, ਰੱਬ ਨਹੀਂ ਇਹ ਸਾਨੂੰ ਕੋਈ ਸਜ਼ਾ ਦੇ ਕੇ ਰਾਜੀ। ਸੋ ਅਗਲੀਆਂ ਅਖੀਰਲੀਆਂ ਜਿਹੜੀਆਂ ਦੋ ਪੰਕਤੀਆਂ ਉਹਨਾਂ ਵਿੱਚ ਦੱਸਿਆ ਹੈ ਕਿ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ
ਤੈ ਦੇ। ਇਹ ਗੁਰੂ ਜੀ ਦੀ ਉੱਚੀ ਆਤਮਿਕ ਅਵਸਥਾ ਦੀ ਗੱਲ ਏ, ਸਾਡੇ ਤੇ ਲਾਗੂ ਹੀ ਨਹੀਂ ਹੁੰਦੀ, ਕਿਉਂਕਿ ਸਾਨੂੰ ਅਜੇ ਕਿਹਾ ਜਾ ਰਿਹਾ ਤੁਸੀਂ ਹੁਕਮ ਵਿੱਚ ਕਾਰ ਕਮਾਓ। ਜਦੋਂ ਅਸੀਂ ਹੁਕਮ ਵਿੱਚ ਕਾਰ ਕਮਾ ਕੇ ਉਸ ਮਾਲਕ ਦੇ ਵਿੱਚ ਅਭੇਦਤਾ ਹਾਸਲ ਕਰ ਲਾਂਗੇ, ਤਾਂ ਅਸੀਂ ਇਹ ਗੱਲ ਆਖਾਂਗੇ ਕਿ ਮਾਲਕ, ਇਹ ਤੇਰੀਆਂ ਆਪਣੀਆਂ ਵਡਿਆਈਆਂ ਨੇ, ਤੂੰ ਹੀ ਸਾਨੂੰ ਇਸ ਉੱਚੀ ਥਾਂ ਤੇ ਪਹੁੰਚਾ ਦਿੱਤਾ ਹੈ। ਪਰ ਕਰਨ ਤੋਂ ਬਿਨਾਂ ਉੱਥੇ ਵੀ ਨਹੀਂ ਪਹੁੰਚਿਆ ਜਾਣਾ। ਪਰ ਇਹ ਵਡਿਆਈਆਂ ਮਾਲਕ ਦੇ ਹੱਥ ਵਿੱਚ ਹੀ ਨੇ। ਜਿਹੜਾ ਚੰਗਾ ਲੱਗ ਜਾਂਦਾ ਉਸ ਨੂੰ ਉਹ ਦੇ ਦਿੰਦਾ ਹੈ। ਤੇ ਚੰਗਾ ਕੌਣ ਲੱਗਦਾ? ਜਿਹੜਾ ਹੁਕਮ ਵਿੱਚ ਚੱਲਦਾ। ਬੜੀ ਸਿੱਧੀ ਜੀ ਤੇ ਗੱਲ ਏ। ਜਿਹੜਾ ਕਾਰ ਕਮਾਵੇ ਸਿਰ ਧਣੀ। ਮਾਲਕ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖ ਕੇ ਜਿਹੜੇ ਲੋਕ ਕਾਰ ਕਮਾਉਂਦੇ ਨੇ ਉਹ ਚੰਗੇ ਲੱਗ ਜਾਂਦੇ ਨੇ। ਫਿਰ ਉਹਨਾਂ ਨੂੰ ਮਾਲਕ ਵਡਿਆਈਆਂ ਦਿੰਦਾ, ਉਹਨਾਂ ਨੂੰ ਉੱਚੇ ਅਹੁਦੇ ਦਿੰਦਾ, ਉਹਨਾਂ ਨੂੰ ਇਨਾਮ ਦਿੰਦਾ, ਉਹਨਾਂ ਨੂੰ ਦੁਨੀਆ ਵਿੱਚ ਲੋਕ ਸੰਤ ਆਖਦੇ ਨੇ, ਲੋਕ ਉਹਨਾਂ ਨੂੰ ਗੁਰੂ ਆਖਦੇ ਨੇ। ਕਿੰਨਾ ਵੱਡਾ ਮਾਣ ਹੈ ਉਹਨਾਂ ਬੰਦਿਆਂ ਲਈ ਜਿਸ ਨੂੰ ਗੁਰੂ ਆਖਤਾ ਜਾਏ, ਜਿਸ ਨੂੰ ਸੰਤ ਆਖ ਦਿੱਤਾ ਜਾਏ। ਮੈਂ ਨਹੀਂ ਸਮਝਦਾ ਕਿ ਵੱਡੀ ਤੋਂ ਵੱਡੀ ਕਿਸੇ ਨੂੰ ਮਾਇਆ ਦੇ ਦਿੱਤੀ ਜਾਏ ਤੇ ਉਹਦੇ ਤੁੱਲ ਉਹਦਾ ਸਤਿਕਾਰ ਹੋ ਜਾਏ, ਜਿਸ ਨੂੰ ਗੁਰੂ ਆਖ ਦਿੱਤਾ ਜਾਏ, ਜਿਸ ਨੂੰ ਸੰਤ ਆਖ ਦਿੱਤਾ ਜਾਏ, ਜਿਸ ਨੂੰ ਮਹਾਪੁਰਸ਼ ਆਖ ਦਿੱਤਾ ਜਾਏ। ਕਿ ਹੋਰ ਕਿਸੇ ਤਰ੍ਹਾਂ ਉਹਦਾ ਇੰਨਾ ਸਨਮਾਨ ਨਹੀਂ ਕੀਤਾ ਜਾ ਸਕਦਾ ਜਿੰਨਾ। ਪਰ ਅੱਜ ਮਾੜੇ ਭਾਗ ਨੇ ਕਿ ਅਸੀਂ ਇਹਨਾਂ ਸ਼ਬਦਾਂ ਦੀ ਵੀ ਉਹਨਾਂ ਨੂੰ ਮਿੱਟੀ 'ਚ ਮਿਲਾ ਕੇ ਰੱਖ ਦਿੱਤਾ ਹੈ। ਉਹਨਾਂ ਲੋਕਾਂ ਨੇ ਜਿਹੜੇ ਸੰਤ ਨਹੀਂ ਸਨ ਪਰ ਸੰਤ ਅਖਵਾਉਂਦੇ ਰਹੇ। ਉਹ ਲੋਕ ਜਿਹੜੇ ਗੁਰੂ ਨਹੀਂ ਸਨ ਪਰ ਗੁਰੂ ਬਣ ਬੈਠੇ, ਉਹ ਫਿਰ ਹੁਣ ਜੇਲ੍ਹਾਂ 'ਚ ਬੈਠੇ ਨੇ, ਮਾੜੇ ਕਰਮ ਕਰਕੇ ਸਜ਼ਾ ਭੁਗਤ ਰਹੇ ਨੇ ਸਾਡੇ ਸਾਹਮਣੇ। ਜਦੋਂ ਗੁਰੂ ਆਸ਼ੇ ਮੁਤਾਬਕ ਕਾਰ ਕਮਾ ਰਹੇ ਸਨ, ਲੱਖਾਂ ਲੋਕ ਉਹਨਾਂ ਦੇ ਸਾਹਮਣੇ ਸਿਰ ਝੁਕਾ ਕੇ ਖਲੋਤੇ ਹੁੰਦੇ ਸਨ। ਕੁਝ ਗਲਤ ਕੀਤਾ ਤੇ ਜੇਲ੍ਹਾਂ 'ਚ ਬੈਠੇ ਨੇ। ਸਿੱਧੀ ਜੀ ਤੇ ਗੱਲ ਏ। ਆ ਪੌੜੀ ਸਾਰੀ ਦੀ ਸਾਰੀ ਇਹਨਾਂ ਚੀਜ਼ਾਂ ਨੂੰ ਹੀ ਸਾਡੇ ਸਾਹਮਣੇ ਰੱਖ ਰਹੀ ਹੈ ਕਿ ਬੰਦਿਆਂ ਵਾਲੇ ਕੰਮ ਕਰੋ, ਇਨਸਾਨਾਂ ਵਾਲੇ ਕੰਮ ਕਰੋ, ਮਾੜੇ ਕਰਮਾਂ ਦਾ ਤਿਆਗ ਕਰੋ। ਆਪ ਕਰੇ ਕਿਸੇ ਆਖੀ ਹੈ। ਗੁਰੂ ਜੀ ਆਖਦੇ ਨੇ ਮਾਲਕ ਆਪ ਹੀ ਸਭ ਕੁਝ ਕਰਦਾ ਹੈ। ਕਿਸ ਨੂੰ ਆਖੀਏ ਕਿ ਕਿਸੇ ਹੋਰ ਨੇ ਕੁਝ ਕੀਤਾ ਹੈ। ਅਵਰ ਨਾ ਕੋਈ ਕਰੇ, ਹੋਰ ਕੋਈ ਨਹੀਂ ਕਰ ਸਕਦਾ। ਉਹ ਮਾਲਕ ਆਪ ਹੀ ਕਰਨ ਕਰਾਉਣ ਨੂੰ ਸਮਰੱਥ ਹੈ। ਭਾਵ ਸਾਡੇ ਕੀਤੇ ਹੋਏ ਕਰਮਾਂ ਦੀ ਸਾਨੂੰ ਇਨਾਮ ਦੇਣਾ ਵੀ ਉਹਦੇ ਹੱਥ 'ਚ ਹੀ ਹੈ ਤੇ ਸਜ਼ਾ ਦੇਣੀ ਵੀ ਉਹਦੇ ਹੱਥ 'ਚ ਹੀ ਹੈ। ਉਹ ਆਪ ਹੀ ਦਿੰਦਾ ਹੈ, ਆਪ ਹੀ ਕਰਦਾ ਹੈ। ਸਾਨੂੰ ਗੁਰੂ ਮਹਾਰਾਜ ਨੇ ਜੇ ਮੌਕਾ ਦੇ ਹੀ ਦਿੱਤਾ ਹੈ ਤੇ ਨਾਲ ਆਪਣੇ ਇਹਨਾਂ ਮਿੱਠੇ ਮਿੱਠੇ ਬਚਨਾਂ ਰਾਹੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਉਦਾਹਰਨਾਂ ਲੈ ਕੇ ਸਮਝਾ ਵੀ ਦਿੱਤਾ ਹੈ ਵੀ ਭਲਿਓ ਚੰਗੇ ਕੰਮ ਕਰੋ, ਮਾੜਿਆਂ ਦਾ ਤਿਆਗ ਕਰੋ, ਹਉਮੈ ਛੱਡੋ, ਲੱਭ ਲੋਭ ਛੱਡੋ, ਬੁਰਾਈਆਂ ਛੱਡੋ, ਚੰਗੇ ਗੁਣਾਂ ਨੂੰ ਧਾਰਨ ਕਰੋ। ਤੇ ਜਦੋਂ ਅਸੀਂ ਇਹ ਚੰਗੇ ਗੁਣਾਂ ਨੂੰ ਧਾਰਨ ਕਰਕੇ ਮਾਲਕ ਦੀ ਹਜ਼ੂਰੀ ਵਿੱਚ ਪਹੁੰਚਾਂਗੇ ਤੇ ਸਾਨੂੰ ਜੋ ਪ੍ਰਾਪਤ ਹੋ ਗਿਆ ਹੋਏਗਾ ਉਹ ਬਹੁਤ ਵੱਡਾ ਤੇ ਅਨਮੋਲ ਹੋਏਗਾ। ਜਦੋਂ ਸਾਨੂੰ ਉਹ ਕੋਈ ਅਨਮੋਲ ਵਸਤੂ ਪ੍ਰਾਪਤ ਹੋਏਗੀ ਫਿਰ ਅਸੀਂ ਕਹਿ ਉੱਠਾਂਗੇ ਕਿ ਅਸੀਂ ਇੰਨਾ ਕੁਝ ਨਹੀਂ ਸੀ ਕੀਤਾ ਜੋ ਸਾਨੂੰ ਇੰਨਾ ਅਨਮੋਲ ਖਜ਼ਾਨਾ ਮਿਲ ਗਿਆ ਹੈ। ਸਾਡੀ ਮਿਹਨਤ ਬਹੁਤ ਥੋੜੀ ਸੀ, ਇਹ ਮਾਲਕ ਕਿ ਤੂੰ ਦਇਆ ਕਰਕੇ ਸਾਨੂੰ ਦੇ ਦਿੱਤਾ। ਜਿਵੇਂ ਬੰਦੇ ਨੇ ਕੰਮ ਕੀਤਾ ਹੋਵੇ ਘੰਟੇ ਵਿੱਚ 10 ਰੁਪਈਆਂ ਦਾ ਤੇ ਮਾਲਕ ਖੁਸ਼ ਹੋ ਕੇ ਉਹਨੂੰ 100 ਦਾ ਦਮੜਾ ਨੋਟ ਫੜਾ ਜਾਏ ਤੇ ਫਿਰ ਉਹ ਤੇ ਇਹੀ ਆਖੇਗਾ ਨਾ, ਇਹ ਭਾਵੇਂ ਉਹਨੇ ਬੜੀ ਮਿਹਨਤ ਕੀਤੀ ਹੋਵੇ ਉਸ ਘੰਟੇ ਵਿੱਚ, ਪਰ ਆਖੇਗਾ ਮੈਂ ਜਿੰਨੀ ਵੀ ਮਿਹਨਤ ਕੀਤੀ ਸੀ ਕੀਤੀ 10 ਵਾਸਤੇ ਹੀ ਸੀ, ਪਰ ਤੂੰ ਮੈਨੂੰ 90 ਵੱਧ ਦੇ ਦਿੱਤੇ ਨੇ। ਇਹ ਤੇਰੀ ਮਿਹਰ ਹੈ, ਇਹ ਤੇਰੀ ਕਿਰਪਾ ਹੈ, ਇਹ ਤੇਰਾ ਮੈਂ ਸ਼ੁਕਰਗੁਜ਼ਾਰ ਹਾਂ। ਸੋ ਜਦੋਂ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਫਿਰ ਆਖ ਪਾਵਾਂਗੇ ਕਿ ਆਪ ਕਰੇ ਕਿਸੇ ਆਖੀਏ ਅਵਰ ਨਾ ਕੋਈ ਕਰੇ, ਹੋਰ ਕੋਈ ਨਹੀਂ ਕਰ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੇ। ਬਸ ਇਹ ਪਿਆਰ ਉਹ ਮਾਲਕ ਹੀ ਦੇ ਸਕਦਾ ਹੈ। ਸੋ ਪੌੜੀ ਨੰਬਰ 45 ਵਿੱਚ ਸਾਨੂੰ ਗੁਰੂ ਜੀ ਨੇ ਇਹ ਪ੍ਰਤੀਕ ਲੈ ਕੇ ਫੌਜ ਦਾ ਤੇ ਬੜੇ ਪਿਆਰ ਨਾਲ ਚੰਗਾ ਮੰਦਾ ਤੇ ਉਹ ਸਾਨੂੰ ਸਮਝਾ ਦਿੱਤਾ ਹੈ ਕਿ ਸਜ਼ਾ ਵੀ ਮਿਲ ਸਕਦੀ ਹੈ ਤੇ ਇਨਾਮ ਵੀ ਮਿਲ ਸਕਦਾ ਹੈ। ਤੁਸੀਂ ਉੱਚੇ ਅਹੁਦੇ ਤੇ ਵੀ ਪਹੁੰਚ ਸਕਦੇ ਹੋ, ਇੱਕ ਸਧਾਰਨ ਮਨੁੱਖ ਤੋਂ ਸੰਤ ਮਹਾਂਪੁਰਸ਼ ਵੀ ਬਣ ਸਕਦੇ ਹੋ, ਇੱਕ ਸਧਾਰਨ ਪੁਰਸ਼ ਤੋਂ ਤੁਸੀਂ ਸਜ਼ਾ ਦੇ ਹੱਕਦਾਰ ਵੀ ਹੋ ਸਕਦੇ ਹੋ। ਸੋ ਅੱਗੇ ਪੌੜੀ ਨੰਬਰ 46 ਜਿਸ ਵਿੱਚ ਗੁਰੂ ਜੀ ਆਖਦੇ ਨੇ ਬੀਜੋ ਸੂਝੈ ਕੋ ਨਹੀਂ। ਦੇਖੋ ਕਿਵੇਂ ਗੁਰੂ ਜੀ ਨੇ ਲੜੀ ਨੂੰ ਜੋੜਿਆ। ਪਿੱਛੇ ਸੀ ਕਿ ਆਪ ਕਰੇ ਕਿਸੇ ਆਖੀਏ ਅਵਰ ਨਾ ਕੋਏ ਕਰੇ,
ਹੁਣ ਆਖਦੇ ਨੇ ਬੀਜੋ ਸੂਝੈ ਕੋ ਨਹੀਂ, ਦੂਜਾ ਕੋਈ ਨਹੀਂ ਸੁੱਝਦਾ। ਬਹਿ ਦੁਲੀਚਾ ਪਾਏ, ਜਿਹੜਾ ਆਪਣਾ ਆਸਣ ਲਗਾ ਕੇ ਬੈਠਾ ਹੋਵੇ ਤੇਰੇ ਤੋਂ ਬਿਨਾ, ਹੋਰ ਕੋਈ ਨਹੀਂ ਨਜ਼ਰ ਆਉਂਦਾ। ਤੇ ਬੀਜੋ ਸ਼ਬਦ ਸਿੰਧੀ ਦਾ ਹੈ, ਇਹਦਾ ਅਰਥ ਹੈ ਦੂਜਾ। ਗੁਰੂ ਜੀ ਆਖਦੇ ਨੇ ਬੀਜੋ ਸੂਝੈ ਕੋ ਨਹੀਂ, ਬਹਿ ਦੁਲੀਚਾ ਪਾਏ। ਦੁਲੀਚਾ ਮੈਨੇ, ਦੁਲੀਚਾ ਤੇ ਆਪਾਂ ਸਮਝਦੇ ਹਾਂ, ਤੇ ਇਹਦਾ ਮਤਲਬ ਹੈ ਸਿੰਘਾਸਨ, ਇਹਦਾ ਮਤਲਬ ਹੈ ਆਸਨ। ਸੋ ਹੇ ਪ੍ਰਮਾਤਮਾ, ਤੇਰੇ ਤੋਂ ਬਿਨਾ ਹੋਰ ਕੋਈ ਅਜਿਹਾ ਨਹੀਂ ਨਜ਼ਰ ਆਉਂਦਾ ਜਿਹੜਾ ਇਸ ਪੂਰੀ ਕਾਇਨਾਤ ਵਿੱਚ ਆਸਨ ਲਾ ਕੇ ਬੈਠਾ ਹੋਵੇ, ਆਪਣਾ ਸਿੰਘਾਸਨ ਜਮਾ ਕੇ ਬੈਠਾ ਹੋਵੇ। ਇਸ ਧਰਤੀ ਉੱਤੇ ਤੇ ਕਈਆਂ ਨੇ ਆਸਨ ਆਪਣੇ ਜਮਾਏ ਹੀ ਹੋਏ ਨੇ, ਆਪਣੇ ਆਪਣੇ ਅਹੁਦੇ ਸੰਭਾਲੇ ਹੀ ਹੋਏ ਨੇ। ਕੋਈ ਰਾਜਾ ਬਣਿਆ, ਕੋਈ ਸੁਲਤਾਨ ਬਣਿਆ, ਕੋਈ ਕੁਛ ਬਣਿਆ, ਕੋਈ ਸੰਤ ਬਣਿਆ, ਕੋਈ ਮਹਾਂਪੁਰਸ਼ ਬਣਿਆ, ਪਰ ਉਹ ਆਪਣੇ ਆਪਣੀ ਥਾਂ ਤੇ ਹੀ ਨੇ। ਕਿਸੇ ਏਰੀਏ ਵਿੱਚ, ਕਿਸੇ ਖਾਸ ਜਗ੍ਹਾ ਤੇ, ਇੰਨੀ ਕੁ ਥਾਂ ਤੇ ਨਾ 10 ਲੋਕ ਜਾਣਦੇ ਨੇ, ਕਿਸੇ ਨੂੰ 1000 ਜਾਣਦੇ ਨੇ, ਕਿਸੇ ਨੂੰ ਲੱਖ ਜਾਣਦੇ ਨੇ, ਪਰ ਸਮੁੱਚੀ ਮਾਨਵਤਾ ਦੇ ਦਿਲਾਂ ਉੱਤੇ ਰਾਜ ਕਰਨ ਵਾਲਾ ਕੇਵਲ ਇੱਕੋ ਹੀ ਹੈ, ਉਹ ਇੱਕੋ ਹੀ ਹੈ। ਬਹਿ ਦੁਲੀਚਾ ਪਾਏ। ਇਹ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ, ਸਮੁੱਚੇ ਬ੍ਰਹਿਮੰਡ ਦੇ ਵਿੱਚ ਉਹ ਮਾਲਕ ਇੱਕੋ ਹੀ ਹੈ ਜਿਹੜਾ ਆਪਣਾ ਸਿੰਘਾਸਨ ਲਗਾ ਕੇ ਬੈਠਾ ਹੋਇਆ ਹੈ। ਸੋ ਦਲੀਚਾ ਸਿੰਘਾਸਨ, ਇਹ ਪੂਰੀ ਸ੍ਰਿਸ਼ਟੀ ਉਹਦਾ ਸਿੰਘਾਸਨ ਹੀ ਹੈ, ਇਹਦੇ ਵਿੱਚ ਹੀ ਇਸੇ ਦਲੀਚੇ ਤੇ ਬੈਠਾ ਹੋਇਆ। ਮੈਨੂੰ ਇੱਕ ਦਿਨ ਇੱਕ ਕਹਾਣੀ ਯਾਦ ਆ ਰਹੀ ਸੀ। ਗੁਰੂ ਨਾਨਕ ਸਾਹਿਬ ਨਾ ਉੱਧਰ ਗਏ ਅਰਬ ਵਿੱਚ, ਜਦੋਂ ਮੱਕੇ ਵੱਲ, ਤੇ ਕੋਈ ਮਹਾਂਪੁਰਸ਼, ਉਹ ਗੁਰੂ ਨਾਨਕ ਸਾਹਿਬ ਬਾਰੇ ਉਹਨੇ ਬਹੁਤ ਸੁਣਿਆ ਹੋਇਆ ਸੀ, ਤੇ ਉਹਨੂੰ ਪਤਾ ਲੱਗਾ ਕਿ ਸਾਡੇ ਇਸ ਇਲਾਕੇ 'ਚ ਆਏ ਨੇ। ਪਤਾ ਕਰਕੇ ਉੱਥੇ ਪਹੁੰਚਿਆ, ਤੇ ਪੁਰਾਣੇ ਸਮੇਂ ਵਿੱਚ ਤੇ ਸਿਆਣੇ ਲੋਕ ਅੱਜ ਵੀ ਜਦੋਂ ਕਿਸੇ ਮਹਾਂਪੁਰਸ਼ ਨੂੰ, ਕਿਸੇ ਗੁਰੂ ਜਨ ਨੂੰ ਮਿਲਣ ਜਾਂਦੇ ਨੇ, ਖਾਲੀ ਹੱਥ ਨਹੀਂ ਜਾਂਦੇ, ਭਾਵੇਂ ਉਹ ਕੁਛ ਹੀ ਪ੍ਰਸ਼ਾਦ ਦੇ ਰੂਪ ਵਿੱਚ ਖਾਣ ਲਈ ਲੈ ਜਾਣ, ਤੁੱਛ ਭੇਟਾ ਉਹਨਾਂ ਦੇ ਅੱਗੇ ਲੋੜੀਂਦੀ ਵਸਤੂ ਲੈ ਜਾਣ, ਜੋ ਵੀ। ਸੋ ਖਾਲੀ ਹੱਥ ਨਹੀਂ ਸਨ ਜਾਂਦੇ ਹੁੰਦੇ ਪੁਰਾਣੇ ਸਮੇਂ 'ਚ ਲੋਕ। ਅੱਜ ਉਹ ਜਿਹੜੀਆਂ ਪਰੰਪਰਾਵਾਂ ਨੇ ਸ਼ਾਇਦ ਹੌਲੀ ਹੌਲੀ ਅਲੋਪ ਹੁੰਦੀਆਂ ਜਾ ਰਹੀਆਂ, ਉਹਨਾਂ ਦਾ ਮਤਲਬ ਸਿਰਫ ਇੰਨਾ ਹੀ ਸੀ ਕਿ ਉਹ ਸਤਿਕਾਰਯੋਗ ਸ਼ਖਸੀਅਤ ਜਿਹਦੇ ਕੋਲ ਮੈਂ ਚੱਲਿਆ, ਤੇ ਮੇਰਾ ਫਰਜ਼ ਬਣਦਾ ਉਹਦਾ ਸਤਿਕਾਰ ਕਰਨਾ। ਇਹ ਉਹਨਾਂ ਦਾ ਸਤਿਕਾਰ ਕਰਨ ਦਾ ਇੱਕ ਢੰਗ ਸੀ, ਇੱਕ ਤਰੀਕਾ ਸੀ। ਤੇ ਉਹਨੇ ਸੋਚਿਆ ਕਿ ਉਹਦੇ ਕੋਲ ਨਾ ਬੜਾ ਸੋਹਣਾ ਰੇਸ਼ਮੀ ਦਲੀਚਾ ਬਣਾਇਆ ਸੀ ਉਹਨੇ, ਹੋ ਸਕਦਾ ਉਹਨੂੰ ਵੀ ਕਿਸੇ ਨੇ ਭੇਟਾ ਹੀ ਦਿੱਤਾ ਹੋਵੇ। ਤੇ ਉਹਦੇ ਮਨ 'ਚ ਆਈ ਵੀ ਮੈਂ ਗੁਰੂ ਨਾਨਕ ਸਾਹਿਬ ਦੀ ਭੇਟ 'ਚ ਰੱਖਾਂ। ਇੱਧਰ ਆਏ ਨੇ, ਉੱਧਰ ਉਹ ਰੇਸ਼ਮੀ ਕੱਪੜੇ ਉਦੋਂ ਜ਼ਿਆਦਾ ਰਿਵਾਜ ਸੀ, ਤੇ ਦਲੀਚੇ ਵਗੈਰਾ ਅੱਜ ਵੀ ਉੱਧਰੋਂ ਬੜੇ ਕੀਮਤੀ ਦੁਸ਼ਾਲੇ ਆਉਂਦੇ ਨੇ। ਤੇ ਉਹ ਸੋਚਿਆ ਕਿ ਮੈਂ ਲੈ ਕੇ ਜਾਵਾਂਗਾ, ਲੈ ਕੇ ਚਲਾ ਗਿਆ। ਗੁਰੂ ਨਾਨਕ ਸਾਹਿਬ ਨਾ ਬਾਹਰ ਪਿੰਡੋਂ ਬਾਹਰ ਦੂਰ ਕਿਸੇ ਜੰਗਲਾਤ ਜੀ ਦੇ ਵਿੱਚ ਬੈਠੇ ਸਨ, ਤੇ ਉੱਥੇ ਬੜੀ ਸੋਹਣੀ ਹਰੀ ਹਰੀ ਘਾਹ ਉੱਗੀ ਸੀ, ਨਵੀਂ ਨਵੀਂ ਫੁੱਟੀ ਹੋਈ। ਤੇ ਗੁਰੂ ਸਾਹਿਬ ਉੱਥੇ ਬੈਠੇ ਮਰਦਾਨਾ ਪਿਆਰ ਨਾਲ ਰਬਾਬ ਵਜਾ ਰਿਹਾ, ਗੁਰੂ ਜੀ ਸ਼ਬਦ ਗਾ ਰਹੇ, ਤੇ ਉਹ ਆਨੰਦ ਮੰਗਲ ਹੋ ਰਿਹਾ ਸੀ ਉੱਥੇ ਘਾਹ ਉੱਤੇ ਬੈਠੇ। ਉਹ ਮਹਾਂਪੁਰਸ਼ ਉੱਥੇ ਦਲੀਚਾ ਲੈ ਕੇ ਆ ਗਿਆ, ਤੇ ਆਖਣ ਲੱਗਾ ਸਤਿਗੁਰੂ ਜੀ ਵੀ ਮੈਂ ਬੜੇ ਪਿਆਰ ਨਾਲ ਇਹ ਦਲੀਚਾ ਤੁਹਾਡੀ ਭੇਟਾ ਲਿਆਂਦਾ ਹੈ, ਤੇ ਤੁਸੀਂ ਇਹਨੂੰ ਥੱਲੇ ਵਿਛਾਓ ਤੇ ਇਹਦੇ ਉੱਤੇ ਬੈਠੋ। ਗੁਰੂ ਸਾਹਿਬ ਆਖਣ ਲੱਗੇ ਮੇਰੇ ਵਾਸਤੇ ਆ ਹੀ ਦਲੀਚਾ ਹੈ ਜੋ ਕੁਦਰਤ ਨੇ ਮੇਰੇ ਲਈ ਵਿਛਾਇਆ ਹੋਇਆ ਹੈ। ਠੀਕ ਹੈ, ਤੂੰ ਬੜੇ ਪਿਆਰ ਨਾਲ ਲਿਆਇਆ ਹੈ, ਮੈਨੂੰ ਇਹ ਮਨਜ਼ੂਰ ਹੈ, ਮੈਂ ਇਹਨੂੰ ਪ੍ਰਵਾਨ ਕਰਦਾ, ਪਰ ਮੇਰਾ ਇੱਥੇ ਘਰ ਨਹੀਂ, ਘਾਟ ਨਹੀਂ, ਮੈਂ ਮੁਸਾਫਰ ਆਦਮੀ ਆ, ਕਿੱਥੇ ਭਾਰ ਚੁੱਕੀ ਫਿਰਾਂਗਾ ਨਾ। ਮੇਰੇ ਲਈ ਇਹ ਆਸਨ ਜਿਹੜਾ ਹੈ ਨਾ ਘਾਹ ਦਾ, ਬਸ ਇਹੋ ਹੀ ਕੁਦਰਤ ਵੱਲੋਂ ਦਲੀਚਾ ਵਿਛਿਆ ਹੋਇਆ, ਮੈਂ ਇਹਦੇ ਤੇ ਬਿਰਾਜਮਾਨ ਹੁੰਨਾ, ਮੇਰੇ ਲਈ ਇਹ ਹੀ ਚੰਗਾ ਹੈ। ਸੋ ਇਹੋ ਜਿਹੀਆਂ ਛੋਟੀਆਂ ਛੋਟੀਆਂ ਟੂਕਾਂ ਜਿਹੜੀਆਂ ਸਾਡੀ ਸਮਝ ਗੋਚਰੀਆਂ ਹੋਣੀਆਂ ਚਾਹੀਦੀਆਂ ਨੇ ਕਿ ਅਸੀਂ ਇਹਨਾਂ ਲੋਭ ਲਾਲਚਾਂ ਨੂੰ ਛੱਡੀਏ। ਇਹ ਜੋ ਅਸੀਂ ਕਰ ਰਹੇ ਹਾਂ ਜ਼ਿੰਦਗੀ ਵਿੱਚ, ਭਲਾ ਹੀ ਹੈ, ਮੈਂ ਤੇ ਨਹੀਂ ਕਹਿੰਦਾ ਕੁਝ ਬੁਰਾ ਕਰਨੇ ਆ ਪਏ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਹਉ, ਲੋਭ, ਲਾਲਚ, ਇਹੋ ਜਿਹੀਆਂ ਚੀਜ਼ਾਂ ਟਿਕੀਆਂ ਹੋਈਆਂ ਨੇ। ਵੱਡੇ ਬਣਨ ਦਾ ਚਾਅ, ਮੇਰੇ ਘਰ ਫਲਾਣਾ ਆਏਗਾ ਤੇ ਉਹ ਕੀ ਆਖੇਗਾ, ਇਹਦੇ ਘਰ ਸੋਫਾ ਵੀ ਇਟਲੀ ਤੋਂ ਨਹੀਂ ਆਇਆ ਹੋਇਆ, ਹਨਾ। ਬਸ ਇਹੋ ਜਿਹੀਆਂ ਚੀਜ਼ਾਂ ਸਾਨੂੰ ਖਰਾਬ ਕਰਦੀਆਂ ਨੇ। ਸਾਨੂੰ ਚਾਹੀਦਾ ਹੈ ਕਿ ਅਸੀਂ ਸਾਦਗੀ ਵਿੱਚ ਜੀਵਨ ਜੀਵੀਏ ਤੇ ਗੁਰੂ ਨਾਨਕ ਦੇ ਦਿੱਤੇ ਹੋਏ ਦਲੀਚੇ ਤੇ ਬਈਏ, ਕੁਦਰਤ ਦਾ ਆਨੰਦ ਮਾਣੀਏ। ਕੁਦਰਤ ਹੀ ਸਭ ਕੁਝ ਹੈ,
ਕੁਦਰਤ ਵਿੱਚ ਹੀ ਕਾਦਰ ਹੈ। ਜੇ ਇਹਨੂੰ ਅਸੀਂ ਪਿਆਰ ਕਰ ਪਾਏ ਤੇ ਅਸੀਂ ਕਾਦਰ ਨੂੰ ਵੀ ਕਰ ਪਾਵਾਂਗੇ। ਜੇ ਕੁਦਰਤ ਨੂੰ ਨਾ ਕਰ ਪਾਏ ਤੇ ਭੁੱਲ ਜਾਓ ਕਿ ਅਸੀਂ ਕਾਦਰ ਨੂੰ ਪਿਆਰ ਕਰਦੇ ਹਾਂ। ਝੂਠਾ ਹੋਏਗਾ ਉਹ ਪਿਆਰ, ਗਲਤ ਹੋਏਗਾ, 100% ਗਲਤ ਹੋਏਗਾ। ਕੁਦਰਤ ਪਹਿਲਾਂ, ਕਾਦਰ ਬਾਅਦ ਵਿੱਚ ਸਾਡੇ ਲਈ। ਸੋ ਇੱਥੇ ਗੁਰੂ ਸਾਹਿਬ ਦੱਸਦੇ ਨੇ, ਬੀਜੋ ਸੂਝੈ ਕੋ ਨਹੀਂ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ, ਕੋਈ ਨਹੀਂ ਦਿਸਦਾ, ਜਿਹੜਾ ਤੇਰੀ ਤਰ੍ਹਾਂ ਇਸ ਪੂਰੇ ਬ੍ਰਹਿਮੰਡ ਵਿੱਚ ਆਸਣ ਲਗਾ ਕੇ ਬੈਠਾ ਹੋਵੇ। ਨਰਕ ਨਿਵਾਰਨ ਨਰ ਹੈ ਨਰ, ਸਾਚੋ ਸਾਚੈ ਨਾਏ। ਤੂੰ ਸਾਨੂੰ ਜੀਵਾਂ ਨੂੰ ਨਰਕਾਂ ਤੋਂ ਬਚਾਉਣ ਵਾਲਾ ਹੈ, ਭਾਵ ਮਾੜਿਆਂ ਕੰਮਾਂ ਤੋਂ ਬਚਾਉਣ ਵਾਲਾ ਹੈ। ਜਦੋਂ ਅਸੀਂ ਮਾੜੇ ਕੰਮ ਨਹੀਂ ਕਰਾਂਗੇ ਤੇ ਅਸੀਂ ਸਹਿ ਸੁਭਾਏ ਸਜ਼ਾ ਦੇ ਹੱਕਦਾਰ ਨਹੀਂ ਹੋਵਾਂਗੇ ਤੇ ਨਰਕ ਤੋਂ ਬਚ ਜਾਵਾਂਗੇ। ਜੇ ਅਸੀਂ ਮਾੜੇ ਕੰਮ ਕਰਾਂਗੇ ਤੇ ਅਸੀਂ ਸਜ਼ਾ ਦੇ ਹੱਕਦਾਰ ਹੋਵਾਂਗੇ, ਉਹ ਸਜ਼ਾ ਹੀ ਨਰਕ ਹੋਏਗੀ। ਬਸ ਹੋਰ ਇਸ ਤਰ੍ਹਾਂ ਦਾ ਹੀ ਨਰਕ ਮੇਰੀ ਨਿਗਾਹ ਵਿੱਚ ਹੈ ਕਿ ਜਦੋਂ ਕਿਸੇ ਵੀ ਜੀਵ ਨੂੰ, ਉਸ ਨੂੰ ਮਨੁੱਖ ਜੂਨੀ ਤੋਂ ਥੱਲੇ ਡਿੱਗਣਾ ਪੈ ਜਾਏ ਤੇ ਸਜ਼ਾ ਹੀ, ਇਸ ਤੋਂ ਵੱਧ ਹੋਰ ਸਜ਼ਾ ਕੀ ਹੋਊਗੀ। ਹਾਂ, ਕਿਸੇ ਨੂੰ ਗੁਰੂ ਪਦਵੀ ਤੋਂ ਲਾ ਕੇ ਜੇਲ੍ਹ 'ਚ ਪਾ ਦਿੱਤਾ ਜਾਏ, ਇਸ ਤੋਂ ਵੱਡੀ ਹੋਰ ਸਜ਼ਾ ਉਹਦੇ ਲਈ ਕੀ ਹੋਣੀ ਹੈ। ਇਹੀ ਸਜ਼ਾ ਹੈ, ਇਹੀ ਨਰਕ ਹੈ। ਨਰਕਾਂ ਨੂੰ ਨਿਵਾਰਨ ਵਾਲਾ ਹੈ ਉਹ ਮਾਲਕ, ਜਿਹੜਾ ਇਸ ਪੂਰੇ ਬ੍ਰਹਿਮੰਡ ਵਿੱਚ ਨਿਵਾਸ ਰੱਖਦਾ ਹੈ। ਨਰ ਹੈ ਨਰ, ਉਹ ਨਰਾਂ ਦਾ ਨਰ, ਭਾਵ ਸਭਨਾਂ ਦਾ ਬਾਦਸ਼ਾਹ ਹੈ, ਸਭਨਾਂ ਦਾ ਮਾਲਕ ਹੈ। ਸਾਚੋ ਸਾਚੈ ਨਾਏ, ਉਹ ਆਪਣੇ ਸੱਚੇ ਨਾਮਨੇ ਕਰਕੇ ਸੱਚਾ ਹੈ, ਭਾਵ ਉਹਦਾ ਕੀਤਾ ਹੋਇਆ, ਉਹਦਾ ਬਣਾਇਆ ਹੋਇਆ ਸਭ ਕੁਝ ਹੀ ਸੱਚਾ ਹੈ, ਕਿਉਂਕਿ ਉਹ ਆਪ ਸੱਚਾ ਹੈ। ਤੇ ਇਹ ਜਿਹੜਾ ਝੂਠਾ ਸਾਨੂੰ ਨਜ਼ਰ ਆਉਂਦਾ ਹੈ, ਇਹ ਅਸਲ ਵਿੱਚ ਇਹ ਵੀ ਸੱਚਾਈ ਹੈ। ਝੂਠਾ ਹੈ ਤਾਂ ਹੈ ਕਿ ਸਦਾ ਰਹਿਣ ਵਾਲਾ ਨਹੀਂ, ਸੱਚਾ ਹੈ ਤਾਂ ਹੈ ਕਿ ਜਦੋਂ ਇਹ ਬਿਨਸੇਗਾ ਵਾਪਸ ਉਹਦੇ ਵਿੱਚ ਹੀ ਸਮਾ ਜਾਏਗਾ। ਫਿਰ ਇਹ ਝੂਠਾ ਕਿਵੇਂ ਹੋਇਆ, ਹਨਾ। ਸੋ ਬੂੰਦ ਉਹਨਾਂ ਚਿਰ ਬੂੰਦ ਦੇ ਬਾਹਰ ਮੈਲੀ ਵੀ ਹੋ ਸਕਦੀ ਏ, ਬਾਹਰ ਉਹ ਠੋਕਰਾਂ ਵੀ ਖਾ ਸਕਦੀ ਏ, ਬਾਹਰ ਪੱਥਰਾਂ ਚਟਾਨਾਂ ਨਾਲ ਵੀ ਵੱਜ ਕੇ ਸਿਰ ਫੜਵਾ ਸਕਦੀ ਏ, ਪਰ ਜਦੋਂ ਵਿੱਚ ਡਿੱਗ ਪੈਗੀ ਫਿਰ ਉਹ ਹੀ। ਉਸ ਤੋਂ ਬਾਹਰ ਨਿਕਲ ਕੇ ਉਹ ਕਿੰਨੀ ਪਰੇਸ਼ਾਨ ਸੀ ਵਿਚਾਰੀ, ਤੇ ਕੀ ਦੁੱਖ ਸਹਾਰਨੇ ਪੈ ਰਹੇ ਸਨ, ਪਰ ਜਦੋਂ ਵਿੱਚ ਡਿੱਗ ਪਈ ਤੇ ਉਹ ਸਾਰੀਆਂ ਦੁੱਖ ਤਕਲੀਫਾਂ ਪੀੜਾ ਸਭ ਖਤਮ ਹੋ ਗਈ। ਸੋ ਇਹ ਸਭ ਕੁਝ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਕੂੜ ਏ। ਭਰੇ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਇਹਦਾ ਮਤਲਬ ਬੜਾ ਹੀ ਸਿੱਧਾ ਜਿਹਾ ਹੈ। ਜਦੋਂ ਇਹ ਪਲੈਨਟ ਖਤਮ ਹੋਏਗਾ, ਇਹ ਉਸ ਪਰਮਾਤਮਾ ਵਿੱਚ ਹੀ ਲੀਨ ਹੋਏਗਾ, ਬਾਹਰ ਕਿਤੇ ਨਹੀਂ ਜਾਣ ਲੱਗਾ ਹੈ। ਇਸ ਲਈ ਇਹ ਸੱਚਾਈ ਹੈ, ਕਿਉਂਕਿ ਇਹਨੇ ਸੱਚੇ ਵਿੱਚ ਹੀ ਆਖਰ ਨੂੰ ਲੀਨ ਹੋਣਾ ਹੈ। ਸੋ ਇਸ ਕਰਕੇ ਸਾਚੋ ਸਾਚੈ ਨਾਏ, ਪਰਮਾਤਮਾ ਆਪਣੇ ਸੱਚੇ ਨਾਮ ਨੇ ਕਰਕੇ, ਸੱਚੇ ਨਾਮ ਕਰਕੇ, ਸੱਚੀ ਹੋਂਦ ਕਰਕੇ, ਉਸ ਦੀ ਹੋਂਦ ਸਦੀਵੀ ਹੈ, ਇਸ ਕਰਕੇ ਉਹ ਸੱਚਾ ਹੈ। ਵਣ ਤ੍ਰੇਨ ਢੂੰਡਤ ਫਿਰ ਰਹੀ। ਗੁਰੂ ਸਾਹਿਬ ਇੱਥੇ ਇਸਤਰੀ ਲਿੰਗ ਰੂਪ ਵਿੱਚ ਇਹ ਬਚਨ ਆਖਦੇ ਨੇ, ਫਿਰ ਰਹੀ। ਮੈਂ ਉਸ ਮਾਲਕ ਨੂੰ ਜਿਹੜਾ ਸਮੁੱਚੀ ਕਾਇਨਾਤ ਵਿੱਚ ਆਪਣਾ ਆਸਣ ਲਗਾ ਕੇ ਬੈਠਾ ਹੋਇਆ, ਜਿਹੜਾ ਜੀਵਾਂ ਨੂੰ ਨਰਕਾਂ ਤੋਂ ਬਚਾਉਣ ਵਾਲਾ, ਜਿਹੜਾ ਸਮੁੱਚੀ ਮਾਨਵਤਾ ਦਾ ਪਾਤਸ਼ਾਹ, ਜੋ ਆਪਣੀ ਹੋਂਦ ਕਰਕੇ ਸਦੀਵੀ ਸੱਚ ਏ, ਉਸ ਸੱਚ ਨੂੰ ਮੈਂ ਜੰਗਲਾਂ ਬੀਆਂ ਬਾਨਾਂ ਵਿੱਚ ਢੂੰਡਦੀ ਰਹੀ। ਗੁਰੂ ਸਾਹਿਬ ਤੇ ਨਹੀਂ ਗਏ ਢੂੰਡਣ ਲਈ, ਪਰ ਉਹਨਾਂ ਨੇ ਬਹੁਤ ਲੋਕ ਵੇਖੇ ਨੇ ਜਿਹੜੇ ਢੂੰਡਦੇ ਨੇ। ਅੱਜ ਵੀ ਜਾਂਦੇ ਨੇ ਲੋਕ, ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਜਾਂ ਹੋਰ ਆਸ਼ਰਮਾਂ ਤੇ ਬਾਹਰ ਤੁਰੇ ਫਿਰਦੇ ਨੇ, ਢੂੰਡਦੇ ਨੇ ਕਿ ਰੱਬ ਮਿਲ ਪਵੇ। ਗੁਰੂ ਜੀ ਦਾ ਤੇ ਮਾਤੇ ਕਿ ਉਹ ਮਦ ਜੋ ਬਾਸ ਬਸਤ ਹੈ ਮੁਕਰਮਾ ਹੈ, ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ। ਸੋ ਅੰਦਰ ਹੀ ਵਸਦਾ, ਉਹਨੂੰ ਬਾਹਰ ਖੋਜਣ ਦੀ, ਬਾਹਰ ਭਾਲਣ ਦੀ ਜ਼ਰੂਰਤ ਨਹੀਂ। ਜੇ ਭਾਲਣਾ ਹੈ ਤੇ ਆਪਣੇ ਅੰਦਰੋਂ ਭਾਲ ਕਰੋ, ਆਪਣੇ ਅੰਦਰ ਜਾਓ, ਅੰਦਰ ਵੇਖੋ ਮਾਲਕ ਕਿੱਥੇ ਵਸਦਾ ਹੈ। ਵਸਦਾ ਅੰਦਰ ਹੀ ਹੈ। ਇਹ ਥੋੜਾ ਜਿਹਾ ਗੁਪਤ ਰਾਜ ਹੈ ਕਿ ਕਿੱਥੇ ਵਸਦਾ ਹੈ, ਉਸ ਨੂੰ ਖੋਲਣ ਲਈ ਸਾਨੂੰ ਅਭਿਆਸ ਦੀ ਲੋੜ ਹੈ। ਸੋ ਵਣ ਤ੍ਰੇਨ ਢੂੰਡਤ ਫਿਰ ਰਹੀ। ਮੈਂ ਵੇਖਿਆ ਹੈ, ਅਸਲ 'ਚ ਗੁਰੂ ਜੀ ਆਪਣੇ ਆਪ ਨੂੰ ਇੱਥੇ ਕਹਿ ਰਹੇ ਨੇ ਕਿ ਮੈਂ ਫਿਰਦੀ ਰਹੀ।
ਪਰ ਇਹਦਾ ਅਰਥ ਇਹ ਹੀ ਕਰਾਂਗੇ ਕਿ ਗੁਰੂ ਮਹਾਰਾਜ ਨੇ ਵੇਖਿਆ ਕਿ ਬਹੁਤ ਸਾਰੇ ਲੋਕ ਜੰਗਲਾਂ ਬੀਆਬਾਨਾਂ ਵਿੱਚ ਉਸ ਮਾਲਕ ਨੂੰ ਢੂੰਡਦੇ ਫਿਰਦੇ ਰਹੇ। ਮਨ ਮੈਂ ਕਰੂੰ ਵਿਚਾਰ, ਹੁਣ ਮੈਂ ਮਨ ਵਿੱਚ ਵਿਚਾਰ ਕਰਦੀ ਹਾਂ। ਮਨ ਵਿੱਚ ਕੀ ਵਿਚਾਰ ਕਰਦੀ ਹਾਂ? ਲਾਲ ਰਤਨ ਬਹੁ ਮਾਨ ਕੀ, ਸਤਿਗੁਰ ਹਾਥ ਭੰਡਾਰ। ਸਤਿਗੁਰੂ ਦੇ ਹੱਥ ਵਿੱਚ ਉਹ ਭੰਡਾਰਾ, ਲਾਲਾਂ ਰਤਨਾਂ ਤੇ ਮਾਨਕਾਂ ਵਾਲਾ ਬੜਾ ਵੱਡਾ ਭੰਡਾਰਾ ਸਤਿਗੁਰੂ ਦੇ ਹੱਥ ਵਿੱਚ। ਭਾਵ ਮਾਲਕ ਦੇ ਨਾਲ ਇੱਕ ਮਿਕਤਾ ਹੋ ਜਾਣੀ, ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਭੇਦਤਾ ਹੋਣੀ, ਜਿਹੜਾ ਸਮੁੱਚੇ ਬ੍ਰਹਿਮੰਡ ਵਿੱਚ ਦਲੀਚਾ ਪਾ ਕੇ ਬੈਠਾ ਹੋਇਆ ਹੈ, ਇਹ ਗੁਰੂ ਦੇ ਹੱਥ ਵਿੱਚ ਹੈ। ਇਸ ਲਈ ਗੁਰੂ ਕੋਲ ਆਉਣਾ ਹੈ, ਇਸ ਲਈ ਗੁਰੂ ਦੀ ਸ਼ਰਨ ਵਿੱਚ ਪੈਣਾ ਹੈ। ਉਹਦੇ ਮੱਥੇ ਟੇਕਣ ਦੀ ਬਹੁਤੀ ਨਹੀਂ। ਗੁਰੂ ਨੂੰ ਕੀ ਫਰਕ ਪੈਂਦਾ, ਮੱਥਾ ਤੁਸੀਂ ਨਾ ਟੇਕੋਗੇ ਫਿਰ ਕੀ ਹੋ ਜਾਏਗਾ? ਵੱਡਾ ਨਾ ਹੋਵੇ, ਘਾਟ ਨਾ ਜਾਏ। ਉਹ ਨਾ ਤੁਹਾਡੇ ਮੱਥੇ ਟੇਕਿਆਂ ਵੱਡਾ ਹੋਣ ਲੱਗਾ, ਨਾ ਟੇਕਣ ਨਾਲ ਛੋਟਾ ਹੋ ਜਾਣ ਲੱਗਾ, ਉਹਨੂੰ ਕੁਝ ਵੀ ਫਰਕ ਨਹੀਂ ਪੈਣਾ। ਪਰ ਸਾਨੂੰ ਜ਼ਰੂਰਤ ਹੈ। ਸਾਨੂੰ ਕੀ ਜ਼ਰੂਰਤ ਹੈ? ਆਹ ਜ਼ਰੂਰਤ ਹੈ ਸਤਿਗੁਰ ਹਾਥ ਭੰਡਾਰ। ਉਸ ਮਾਲਕ ਦੇ ਵਿੱਚ ਅਭੇਦਤਾ ਵਾਲਾ ਜਿਹੜਾ ਰਸਤਾ ਹੈ ਨਾ, ਉਹ ਗੁਰੂ ਦੇ ਕੋਲ ਹੈ। ਉਹ ਗੁਰੂ ਹੀ ਵਿਖਾ ਸਕਦਾ ਹੈ। ਗੁਰੂ ਹੀ ਕਿਰਪਾ ਕਰਕੇ ਸਾਨੂੰ ਅੰਦਰ ਉਸ ਰਸਤੇ ਤੇ ਅੱਗੇ ਵਧਾ ਸਕਦਾ ਹੈ। ਉਤਮ ਹੋਵਾਂ ਪ੍ਰਭ ਮਿਲੈ, ਇੱਕ ਮਨ ਇੱਕ ਹੈ ਪਾਏ। ਉਤਮ ਸ੍ਰੇਸ਼ਟ ਹੋ ਜਾਵਾਂ, ਪ੍ਰਭ ਮਿਲੈ, ਜੇ ਮੈਨੂੰ ਪ੍ਰਭੂ ਮਿਲ ਪਵੇ, ਇੱਕ ਮਨ ਇੱਕ ਹੈ ਪਾਏ। ਇਹ ਮਿਲਣ ਦਾ ਤਰੀਕਾ ਦੱਸਿਆ ਗੁਰੂ ਜੀ ਨੇ। ਇੱਕ ਮਨ ਇੱਕ ਹੈ ਪਾਏ। ਮਨ ਕਰਕੇ ਇੱਕ ਹੋ ਜਾਣਾ ਤੇ ਭਾਵਨਾ ਕਰਕੇ ਇੱਕ ਹੋ ਜਾਣਾ। ਭਾਵਨਾ ਭਾਵ ਸ਼ਬਦ ਤੋਂ ਬਣੀ ਹੋਈ ਹੈ। ਭਾਵ ਦਾ ਅਰਥ ਪਿਆਰ ਹੁੰਦਾ ਹੈ। ਸੋ ਕਿਸੇ ਵਿੱਚ ਪਿਆਰ ਬਣ ਜਾਣਾ, ਉਹਦੇ ਵਿੱਚ ਭਾਵਨਾ ਬਣ ਜਾਣਾ ਅਖਵਾਉਂਦਾ ਹੈ। ਸੋ ਇੱਥੇ ਭਾਏ ਸ਼ਬਦ ਹੈ ਪਿਆਰ। ਇੱਕ ਪਰਮਾਤਮਾ ਵਿੱਚ ਪਿਆਰ ਜੁੜ ਜਾਏ, ਮਨ ਕਰਕੇ ਇੱਕ ਦੇ ਉੱਤੇ ਸਾਡਾ ਅਕੀਦਾ ਬਣ ਜਾਏ, ਇਸ ਤਰ੍ਹਾਂ ਕਰਨ ਦੇ ਨਾਲ ਮੈਂ ਪ੍ਰਭੂ ਨੂੰ ਮਿਲ ਪਵਾਂ ਤੇ ਸ੍ਰੇਸ਼ਟ ਹੋ ਜਾਵਾਂ, ਉੱਤਮ ਹੋ ਜਾਵਾਂ। ਸੋ ਕਿਹਾ ਜਾਂਦਾ ਹੈ ਕਿ ਮਨੁੱਖਾ ਜਨਮ ਸ੍ਰੇਸ਼ਟ ਹੈ। ਇਹ ਸ੍ਰੇਸ਼ਟ ਇਸੇ ਵਾਸਤੇ ਹੀ ਹੈ ਕਿ ਇਹਦੇ ਕੋਲ ਚਾਂਸ ਹੈ ਕਿ ਮਾਲਕ ਵਿੱਚ ਅਭੇਦ ਹੋ ਸਕਦਾ ਹੈ। ਬਸ ਇਸ ਕਰਕੇ ਸੰਭਾਵਨਾ ਹੈ। ਜੇ ਕੋਸ਼ਿਸ਼ ਕਰੇ ਤੇ ਹੋ ਸਕਦਾ ਹੈ, ਜੇ ਨਹੀਂ ਕਰੇ ਫਿਰ ਇਹਦੀ ਆਪਣੀ ਮਰਜ਼ੀ। ਇਹੋ ਤੇ ਆਜ਼ਾਦੀ ਇਹਨੂੰ ਕਿ ਤੇਰੀ ਮਰਜ਼ੀ, ਆਉਣਾ ਹੀ ਆ ਜਾ, ਨਹੀਂ ਆਉਣਾ ਤੇਰੀ ਮਰਜ਼ੀ। ਨਾਨਕ ਪ੍ਰੀਤਮ ਰਸ ਮਿਲੇ, ਲਾਹਾ ਲੈ ਪਰਥਾਏ। ਸਤਿਗੁਰੂ ਆਖਦੇ ਨੇ ਇਸ ਤਰ੍ਹਾਂ ਇੱਕ ਮਨ ਇੱਕ ਹੈ ਭਾਏ, ਇੱਕ ਰਸ ਬਣੇਗਾ। ਜਦੋਂ ਅਸੀਂ ਇੱਕ ਮਨ ਚਿੱਤ ਹੋ ਕੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਕੋਸ਼ਿਸ਼ ਕਰਾਂਗੇ, ਇੱਕ ਰਸ ਬਣ ਜਾਏਗਾ। ਪ੍ਰੀਤਮ ਰਸ ਮਿਲੇ, ਇਸ ਰਸ ਦੁਆਰਾ ਹੀ ਪ੍ਰੀਤਮ ਨੇ ਮਿਲਣਾ ਹੈ। ਕਿਉਂਕਿ ਜਦੋਂ ਇਹ ਰਸ ਪੈਦਾ ਹੁੰਦਾ ਹੈ ਨਾ, ਉਦੋਂ ਅਨ ਰਸਾ ਵਿਸਰੈ, ਸਾਰੇ ਹੋਰ ਰਸ ਵਿਸਰ ਜਾਂਦੇ ਨੇ। ਸਾਰੇ ਰਸ ਫਿੱਕੇ ਫਿੱਕੇ ਲੱਗਣ ਲੱਗ ਪੈਂਦੇ ਨੇ। ਬਸ ਇੱਕ ਰਸ ਵਿੱਚ ਫਿਰ ਬੰਦੇ ਦੀ ਸੁਰਤ ਜੁੜ ਜਾਂਦੀ ਹੈ, ਮਨ ਟਿਕ ਜਾਂਦਾ ਹੈ। ਉਸ ਰਸ ਵਿੱਚ ਜੁੜਿਆ ਹੋਇਆ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਲਾਹਾ ਲੈ ਪਰਥਾਏ, ਤੇ ਲਾਹਾ ਕੀ ਮਿਲੇਗਾ? ਪਰਥਾਏ ਦੇ ਅਰਥ ਬਹੁਤ ਸਾਰੇ ਨੇ, ਪਰ ਇੱਥੇ ਹੈ ਪਰ ਜਮਾ ਸਥਾਨ, ਪਰ ਸਥਾਨ ਪਰਲੋਕ। ਅਸੀਂ ਇੱਜ਼ਤ ਦੇ ਨਾਲ ਆਪਣੇ ਨਿਜ ਘਰ ਵਿੱਚ ਚਲੇ ਜਾਵਾਂਗੇ। ਇਹਦਾ ਮਤਲਬ ਇਹ ਲਾਹਾ ਸਾਨੂੰ ਮਿਲੇਗਾ ਕਿ ਅਸੀਂ ਇੱਜ਼ਤ ਦੇ ਨਾਲ, ਸਤਿਕਾਰ ਦੇ ਨਾਲ, ਖੁਸ਼ੀ ਖੁਸ਼ੀ ਪਿਆਰ ਨਾਲ, ਰਸ ਮਾਣਦੇ ਹੋਏ ਆਪਣੇ ਨਿਜ ਘਰ ਵਿੱਚ ਪਹੁੰਚ ਜਾਵਾਂਗੇ। ਰਚਨਾ ਰਾਚ ਜਿਨ ਰਚੀ, ਜਿਨ ਸਿਰਿਆ ਆਕਾਰ। ਇਹ ਸਮੁੱਚੀ ਰਚਨਾ ਜਿਸ ਮਾਲਕ ਨੇ ਰਚੀ ਏ, ਜਿਸ ਨੇ ਸਾਰੇ ਆਕਾਰ ਨੂੰ ਸਿਰਜਿਆ, ਸਿਰਿਆ ਮੈਨੇ ਸਿਰਜਿਆ, ਜਿਸ ਨੇ ਸਿਰਜਿਆ ਹੈ ਸਮੁੱਚਾ ਬ੍ਰਹਿਮੰਡੀ ਆਕਾਰ। ਗੁਰਮੁਖ ਗੁਰੂ ਦੀ ਰਾਹੀਂ ਬੇਅੰਤ ਧਿਆਈਐ। ਉਸ ਬੇਅੰਤ ਵਾਹਿਗੁਰੂ ਜੀ ਨੂੰ ਧਿਆਉਣਾ ਚਾਹੀਦਾ ਹੈ, ਜਿਸ ਦਾ ਅੰਤ ਨਾ ਪਾਰਾਵਾਰ, ਜਿਹਦਾ ਅਸੀਂ ਅੰਤ ਤਾਂ ਨਹੀਂ ਪਾ ਸਕਦੇ, ਪਰ ਉਹਦੇ ਵਿੱਚ ਲੀਨ ਜ਼ਰੂਰ ਹੋ ਸਕਦੇ ਹਾਂ। ਸੋ ਅੱਜ ਦੀ ਵਿਚਾਰ ਦੀ ਸਮਾਪਤੀ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਇਹਨਾਂ ਬਚਨਾਂ ਨਾਲ ਕਰਨਾ ਚਾਹਾਂਗਾ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ,
जन नानक बल बल सद बल जाइए, तेरा अंत ना पारावार। सो उस मालक दा अंत पारावार नहीं, ਉਹਦੇ ਤੋਂ ਸਦਾ ਹੀ ਬਲਿਹਾਰ ਜਾਣਾ ਚਾਹੀਦਾ ਹੈ। ਸਾਰੇ ਖਜ਼ਾਨੇ, ਸਾਰੀਆਂ ਸਿੱਧੀਆਂ, ਸਭ ਨਿਧਾਨ, 10 ਅਸ਼ਟ ਸਿਧਾਨ ਠਾਕੁਰ ਕਰ ਤਲ ਹੱਥਾਂ ਦੀ ਤਲੀ ਤੇ ਧਰਿਆ, ਉਹਨੇ ਰੱਖਿਆ ਹੋਇਆ। ਆਓ ਤੇ ਲੈ ਲਵੋ, ਹੈਨਾ। ਪਰ ਆਓ ਤੇ ਲਵੋ, ਘਰ ਨਹੀਂ ਦੇਣ ਆਏਗਾ ਸਾਨੂੰ। ਤੇ ਆਉਣਾ ਹੈ ਗੁਰੂ ਦੀ ਰਾਹੀਂ, ਗੁਰਮੁਖ ਬੇਅੰਤ ਤੇ ਆਈਏ। ਗੁਰੂ ਦੀ ਰਾਹੀਂ ਉਸ ਬੇਅੰਤ ਵਾਹਿਗੁਰੂ ਜੀ ਨੂੰ ਧਿਆਉਣਾ ਚਾਹੀਦਾ, ਜਿਹਦਾ ਕੋਈ ਅੰਤ ਪਾਰਾਵਾਰ ਨਹੀਂ। ਸੋ ਪੌੜੀ ਨੰਬਰ 46 ਵਿੱਚ ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਕਿ ਉਸ ਮਾਲਕ ਵਰਗਾ ਹੋਰ ਕੋਈ ਮਾਲਕ ਇਸ ਸੰਸਾਰ ਜਾਂ ਸਮੁੱਚੇ ਬ੍ਰਹਿਮੰਡ ਵਿੱਚ ਨਹੀਂ। ਉਹ ਇੱਕੋ ਇੱਕ ਮਾਲਕ ਹੈ ਜੋ ਸਾਰੇ ਬ੍ਰਹਿਮੰਡ ਦੀ ਖਬਰ ਰੱਖਦਾ ਤੇ ਸਭਨਾਂ ਉੱਤੇ ਉਹਦਾ ਹੁਕਮ ਚੱਲਦਾ ਹੈ। ਉਹ ਨਰਕਾਂ ਨੂੰ ਦੂਰ ਕਰਨ ਵਾਲਾ ਹੈ, ਭਾਵ ਸਾਨੂੰ ਜੀਵਾਂ ਨੂੰ ਸਜ਼ਾਵਾਂ ਤੋਂ ਬਚਾਉਣ ਵਾਲਾ ਹੈ। ਮੈਂ ਮਨ ਵਿੱਚ ਵਿਚਾਰ ਕਰਕੇ ਵੇਖਿਆ, ਗੁਰੂ ਜੀ ਆਖਦੇ ਨੇ ਕਿ ਸਤਿਗੁਰੂ ਦੇ ਹੱਥ ਵਿੱਚ ਉਹ ਭੰਡਾਰਾ ਹੈ, ਜਿਸ ਭੰਡਾਰੇ ਨੂੰ ਪਾ ਕੇ ਅਸੀਂ ਮਾਲਾ ਮਾਲ ਹੋ ਸਕਦੇ ਹਾਂ, ਭਾਵ ਅਸੀਂ ਪ੍ਰਭੂ ਵਿੱਚ ਇੱਕਮਿਕ ਹੋ ਸਕਦੇ ਹਾਂ। ਜਿਵੇਂ ਹੀ ਇੱਕਮਿਕ ਹੋਵਾਂਗੇ, ਜਿਵੇਂ ਹੀ ਉਹਦੇ ਨਾਲ ਮਿਲਾਪ ਦਾ ਰਸ ਮਿਲੇਗਾ, ਤੇ ਅਸੀਂ ਆਪਣੇ ਨਿੱਜ ਘਰ ਵਿੱਚ ਚਲੇ ਜਾਵਾਂਗੇ। ਤੇ ਨਿੱਜ ਘਰ ਵਿੱਚ ਜਾਣ ਦਾ ਤਰੀਕਾ ਗੁਰਮੁਖ ਬੇਅੰਤ ਤੇ ਆਈਏ, ਅੰਤ ਨਾ ਪਾਰਾਵਾਰ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।